जय मसीह दी भैणों ते भरावो, गॉड ब्लैस यू। परमेश्वर तुहानूं सब नूं बहुत बहुत बरकत देवे। आओ अज दे वचनां दे विच सिद्ध जावांगे ते सब तो पहलां आपां एफसीआई दी किताब खोलांगे ते ਉਹਦੇ 6ਵੇਂ ਚੈਪਟਰ ਦੇ ਵਿੱਚ 12ਵਾਂ ਤੇ 13ਵਾਂ ਵਰਸ ਪੜਾਂਗੇ। ਜੀ ਹਾਂ, ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਵੋ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਵਾਓ। ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਸਮਾਂ ਆਵੇਗਾ ਜਦੋਂ ਆਪਾਂ ਨੂੰ ਸ਼ੈਤਾਨ ਦਾ ਟੱਕਰ ਕਰਨਾ ਪਵੇਗਾ ਤੇ ਵਚਨ ਇਹ ਵੀ ਕਹਿੰਦਾ ਕਿ ਭੈੜੇ ਦਿਨ ਆਉਣ ਤੇ ਜਾਂ ਭੈੜਾ ਦਿਨ ਆਉਣ ਤੇ, ਜਾਣੀ ਕਿ ਵਿੱਚ ਪ੍ਰਭੂ ਦੇ ਪੈੜੋਂ ਭੈੜਾ ਦਿਨ ਆਉਂਦਾ ਆ ਜਿਸ ਦਿਨ ਸ਼ੈਤਾਨ ਕੋਸ਼ਿਸ਼ ਕਰਦਾ ਆ ਇਨਸਾਨ ਨੂੰ, ਵਿਸ਼ਵਾਸੀ ਨੂੰ ਸਿੱਟਣ ਦੀ। ਪ੍ਰਭੂ ਦਾ ਵਚਨ ਆਪਾਂ ਨੂੰ ਕਲੀਅਰਲੀ ਦੱਸਦਾ ਆ, ਸਿਖਾਉਂਦਾ ਆ ਕਿ ਪ੍ਰਭੂ ਯਿਸੂ ਮਸੀਹ ਜੀ ਜਦੋਂ 40 ਦਿਨ ਦਾ ਵਰਤ ਰੱਖ ਰਹੇ ਸੀਗੇ ਤੇ ਉਹਨਾਂ ਵਰਤਾਂ ਦੇ ਦੌਰਾਨ ਸ਼ੈਤਾਨ ਨੇ ਵੱਖਰੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਨੂੰ ਟੈਂਪਟੇਸ਼ਨ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਪ੍ਰਭੂ ਯਿਸੂ ਮਸੀਹ ਜੀ ਨੇ ਵਚਨ ਨੂੰ ਫੜਿਆ ਹੋਇਆ ਸੀ ਤੇ ਵਚਨਾਂ ਤੇ ਖੜੇ ਸੀ ਤੇ ਵਚਨ ਦੇ ਨਾਲ ਸ਼ੈਤਾਨ ਦੇ ਨਾਲ ਟੱਕਰਾ ਕੀਤਾ ਤੇ ਸ਼ੈਤਾਨ ਨੂੰ ਡਿਸਟਰੋਏ ਕਰਕੇ ਅੱਗੇ ਵਧੇ ਤੇ ਜੇਤੂ ਠਹਿਰੇ। ਲੇਕਿਨ ਪਰਮੇਸ਼ਰ ਵਚਨ ਕਹਿੰਦਾ ਕਿ ਬਾਅਦ ਵਿੱਚ ਸ਼ੈਤਾਨ ਕੁਝ ਸਮੇਂ ਦੇ ਲਈ ਪ੍ਰਭੂ ਯਿਸੂ ਮਸੀਹ ਜੀ ਤੋਂ ਦੂਰ ਹੋ ਗਿਆ, ਲੇਕਿਨ ਅੱਗੇ ਜਾ ਕੇ ਦੁਬਾਰਾ ਫਿਰ ਕਿਸੇ ਹੋਰ ਵੱਖਰੇ ਤਰੀਕੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ, ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਆ। ਲੇਕਿਨ ਬਾਰ-ਬਾਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਦਿਨ ਆਉਂਦਾ ਆ, ਪ੍ਰਭੂ ਯਿਸੂ ਮਸੀਹ ਜੀ ਸਟਰੋਂਗ ਖੜੇ ਰਹਿੰਦੇ ਨੇ ਤੇ ਜੇਤੂ ਠਹਿਰਦੇ ਹੈਗੇ ਨੇ। ਸੋ ਪ੍ਰਭੂ ਦਾ ਵਚਨ ਆਪਾਂ ਨੂੰ ਦੱਸਦਾ ਹੈ ਕਿ ਭੈੜੇ ਦਿਨ ਆਉਣ ਤੇ, ਜਿੱਦਣ ਕੋਈ ਭੈੜਾ ਦਿਨ ਆਵੇ, ਜਿੱਦਣ ਕੋਈ ਸ਼ੈਤਾਨ ਦਾ ਮੁਕਾਬਲਾ ਹੋਵੇ, ਉਸ ਦਿਨ ਤੁਸੀਂ ਕਿੱਦਾਂ ਖੜਨਾ ਆ। ਜਾਣੀ ਕਿ ਪ੍ਰਭੂ ਦੇ ਬਣੋ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇੱਦਾਂ ਦੇ ਦਿਨ ਆਉਣਗੇ, ਇਸ ਤਰ੍ਹਾਂ ਦੇ ਦਿਨ ਆਉਣਗੇ ਜਦੋਂ ਸ਼ੈਤਾਨ ਆ ਕੇ ਤੁਹਾਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੋਵੇ ਜਾਂ ਸ਼ੈਤਾਨ ਆ ਕੇ ਤੁਹਾਨੂੰ ਟੈਂਪਟੇਸ਼ਨ 'ਚ ਪਾਉਣ ਦੀ ਕੋਸ਼ਿਸ਼ ਕਰਦਾ ਹੋਵੇ। ਉਹਨੇ ਫੋਨ ਕਰਕੇ ਨਹੀਂ ਆਉਣਾ, ਉਹਨੇ ਕਦੇ ਵੀ ਆ ਸਕਦਾ ਆ, ਉਹ ਕਿਸੇ ਸਮੇਂ ਵੀ ਆ ਸਕਦਾ ਆ। ਹੁਣ ਜੇ ਤੁਸੀਂ ਵਚਨਾਂ ਨੂੰ ਜਾਣਦੇ ਹੋ, ਪਰਮੇਸ਼ਰ ਦੇ ਵਚਨ ਨੂੰ ਪਹਿਚਾਣਦੇ ਹੋ, ਤੁਸੀਂ ਅੰਡਰਸਟੈਂਡ ਕਰ ਸਕਦੇ ਹੋ, ਸਮਝ ਸਕਦੇ ਹੋ ਕਿ ਸ਼ੈਤਾਨ ਕਦੋਂ ਆਉਂਦਾ। ਪ੍ਰਭੂ ਦੇ ਬਣੋ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੁਝ ਐਸੇ ਸਮੇਂ ਜਦੋਂ ਆਉਂਦੇ ਨੇ, ਜਦੋਂ ਕੁਝ ਐਸੇ ਦਿਨ ਆਉਂਦੇ ਨੇ, ਉਦੋਂ ਸ਼ੈਤਾਨ ਆ ਕੇ ਵਿਸ਼ਵਾਸੀ ਨੂੰ ਟੈਂਪਟੇਸ਼ਨ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ। ਲੇਕਿਨ ਬਹੁਤ ਦਫਾ ਵਿਸ਼ਵਾਸੀ ਇਕਨੋਲੇਜ ਨਹੀਂ ਕਰਦੇ। ਉਹ ਸੋਚਦੇ ਨੇ ਵੀ ਉੱਦਾਂ ਹੀ ਮੁਸ਼ਕਲਾਂ ਚੱਲ ਰਹੀਆਂ ਨੇ, ਪਤਾ ਨਹੀਂ ਕੀ ਹੋ ਰਿਹਾ ਹੈ, ਉਸ ਤਰ੍ਹਾਂ ਹੀ ਸਿਚੁਏਸ਼ਨ ਚੱਲ ਰਹੀਆਂ ਨੇ ਘਰੇਲੂ ਮਾਮਲਿਆਂ ਕਰਕੇ, ਫਾਈਨੈਂਸ਼ੀਅਲ ਤੌਰ 'ਤੇ। ਲੇਕਿਨ ਉਹਨਾਂ ਨੂੰ ਆ ਨਹੀਂ ਪਤਾ ਲੱਗਦਾ ਕਿ ਉਹਦੇ ਪਿੱਛੇ ਸ਼ੈਤਾਨ ਦਾ ਹੱਥ ਹੁੰਦਾ ਆ। ਉਸ ਦਿਨ ਨੂੰ ਪਹਿਚਾਨਣਾ, ਉਸ ਸ਼ੈਤਾਨ ਦੇ ਹਮਲੇ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਆ, ਕਿਉਂਕਿ ਜਿਹੜਾ ਵਿਸ਼ਵਾਸੀ ਉਸ ਸ਼ੈਤਾਨ ਦੇ ਹਮਲੇ ਨੂੰ ਪਹਿਚਾਣੇਗਾ ਨਹੀਂ, ਉਹ ਕਦੇ ਵੀ ਸ਼ੈਤਾਨ ਦੇ ਖਿਲਾਫ ਖੜੇ ਹੋ ਕੇ ਉਹਨੂੰ ਤੋੜੇਗਾ ਨਹੀਂ, ਉਹਨੂੰ ਡਿਸਟਰੋਏ ਨਹੀਂ ਕਰੇਗਾ, ਉਹਨੂੰ ਰਿਬਿਊਕ ਨਹੀਂ ਕਰੇਗਾ ਤੇ ਉਹਨੂੰ ਹੁਕਮ ਨਹੀਂ ਕਰੇਗਾ ਕਿ ਮੇਰੀ ਜ਼ਿੰਦਗੀ ਤੋਂ ਦੂਰ ਹੋ ਜਾਵੇ। ਸੋ ਪ੍ਰਭੂ ਦੇ ਬਣੋ ਪਵਿੱਤਰ ਆਤਮਾ ਆਪਾਂ ਨੂੰ ਗਾਈਡ ਕਰਦਾ ਆ, ਪਰਮੇਸ਼ਰ ਦਾ ਵਚਨ ਆਪਾਂ ਨੂੰ ਗਾਈਡ ਕਰਦਾ ਆ, ਆਪਾਂ ਨੂੰ ਦੱਸਦਾ ਆ ਕਿ ਜਦੋਂ ਉਹ ਭੈੜਾ ਦਿਨ ਆਉਂਦਾ ਆ ਆਪਾਂ ਪਹਿਚਾਣ ਸਕੀਏ, ਲੈ ਵੀ ਇਹ ਸ਼ੈਤਾਨੀ ਹਮਲਾ ਆ, ਉਹਨੂੰ ਬੰਨ੍ਹ ਕੇ ਡਿਸਟਰੋਏ ਕਰ ਸਕੀਏ। ਸੋ ਪ੍ਰਭੂ ਦੇ ਬਣੋ ਪ੍ਰਭੂ ਦਾ ਵਚਨ ਜਦੋਂ ਸਪਿਰਿਚੁਅਲ ਅਟੈਕ ਦੀ ਗੱਲ ਕਰਦਾ ਆ, ਸ਼ੈਤਾਨੀ ਹਮਲੇ ਦੀ ਗੱਲ ਕਰਦਾ ਆ, ਸ਼ੈਤਾਨੀ ਹਮਲਾ ਜਾਂ ਸਪਿਰਿਚੁਅਲ ਅਟੈਕ ਜਦੋਂ ਆਉਂਦਾ ਆ, ਉਹ ਸ਼ੈਤਾਨ ਦੀਆਂ ਡਿਫਰੈਂਟ ਕੋਸ਼ਿਸ਼ਾਂ ਹੁੰਦੀਆਂ ਨੇ, ਤਰੀਕੇ ਹੁੰਦੇ ਨੇ। ਸ਼ੈਤਾਨ ਇੱਕ ਜਾਲ ਬੁਣਨ ਦੀ ਕੋਸ਼ਿਸ਼ ਕਰਦਾ ਹੁੰਦਾ। ਸ਼ੈਤਾਨ ਤੇ ਸ਼ੈਤਾਨ ਦੀਆਂ ਫੌਜਾਂ, ਬਦਰੂਆਂ ਵੱਖਰੇ ਤਰੀਕੇ ਦੇ ਨਾਲ ਕੋਸ਼ਿਸ਼ ਕਰਦੀਆਂ ਨੇ ਵਿਸ਼ਵਾਸੀ ਨੂੰ ਸਿੱਟਣ ਦੀ। ਉਹ ਇੰਜ ਨਹੀਂਗਾ ਵੀ ਇਕੱਲਾ ਸ਼ੈਤਾਨ ਆ ਗਿਆ ਤੇ ਉਹਨੇ ਆ ਕੇ ਕੋਸ਼ਿਸ਼ ਕੀਤੀ, ਨਹੀਂ, ਉਹਦੇ ਨਾਲ ਉਹਦੀ ਸੈਨਾ, ਉਹਦੇ ਨਾਲ ਸ਼ੈਤਾਨ ਦੇ ਡੀਮਨਸ ਵੱਖਰੇ ਤਰੀਕੇ, ਕਿਸੇ ਦੇ ਕੰਨ 'ਚ ਕੋਈ ਫੂਕ ਮਾਰਤੀ, ਕਿਸੇ ਦੇ ਕੰਨ 'ਚ ਕੋਈ ਫੂਕ ਮਾਰਤੀ, ਮੂਹਰੇ ਜਾ ਕੇ ਲਾਈਟ ਰੈੱਡ ਹੋ ਗਈ, ਮੂਹਰੇ ਜਾ ਕੇ ਟਾਇਰ ਪੈਂਚਰ ਹੋ ਗਿਆ, ਮੂਹਰੇ ਜਾ ਕੇ ਖਾਣਾ ਤੁਹਾਡਾ ਘਰੇ ਭੁੱਲਿਆ ਏ, ਮੂਹਰੇ ਜਾ ਕੇ ਪੈਸਾ ਨਹੀਂ ਮਿਲਿਆ, ਆਹ ਹੋ ਗਿਆ, ਉਹ ਹੋ ਗਿਆ। ਇਸ ਤਰ੍ਹਾਂ ਦੇ ਜਾਲ ਬੁਣਨ ਦੀ ਕੋਸ਼ਿਸ਼ ਕਰਦਾ ਆ ਤੇ ਅਖੀਰ 'ਚ ਆ ਕੇ ਜਦੋਂ ਤੁਸੀਂ ਤਿਆਰ ਹੋ ਜਾਂਦੇ ਹੋ, ਜਿੱਦਾਂ ਕਹਿਣ ਦਾ ਮਤਲਬ ਹੈਗਾ ਵੀ ਕਮਜ਼ੋਰ ਹੋ ਜਾਂਦੇ ਹੋ, ਉਦੋਂ ਫਿਰ ਸ਼ੈਤਾਨ ਆਖਰੀ ਹਮਲਾ ਕਰਦਾ ਆ ਤੇ ਵਿਸ਼ਵਾਸੀ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਸੋ ਪ੍ਰਭੂ ਦੇ ਬਣੋ ਇਸ ਤਰ੍ਹਾਂ ਸ਼ੈਤਾਨ ਚਾਲਾਂ ਦੇ ਨਾਲ ਜਾਲ ਬੁਣ ਕੇ ਵਿਸ਼ਵਾਸੀ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਉਹ ਬਹੁਤ ਮਾਹਿਰ ਹੈ ਕਿਉਂਕਿ ਅਦਮ ਤੇ ਹਵਾ ਤੋਂ ਲੈ ਕੇ ਉਹਨੂੰ ਪੂਰੀ ਨੌਲੇਜ ਹੈ, ਉਹਨੂੰ ਤਰੀਕੇ ਆਉਂਦੇ ਨੇ ਵੀ ਕਿਸ ਤਰ੍ਹਾਂ ਕਿਸੇ ਨੂੰ ਸਿੱਟਣਾ ਆ।
ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਮਹਾਰਾਜਿਆਂ ਨੂੰ, ਵੱਡੇ ਵੱਡੇ ਨਵੀਆਂ ਨੂੰ, ਵੱਡੇ ਵੱਡੇ ਲੋਕਾਂ ਨੂੰ, ਵੱਡੇ ਵੱਡੇ ਪੈਸੇ ਵਾਲੇ ਲੋਕਾਂ ਨੂੰ, ਵੱਡੇ ਵੱਡੇ ਤਕੜੇ ਲੋਕਾਂ ਨੂੰ, ਸਰੀਰਕ ਤੌਰ 'ਤੇ ਤਕੜੇ ਲੋਕਾਂ ਨੂੰ, ਜ਼ਬਰਦਸਤ ਇਨਸਾਨਾਂ ਨੂੰ ਉਹਨੇ ਸਿੱਟਿਆ। ਲੇਕਿਨ ਪ੍ਰਭੂ ਦੇ ਭੈਣੋ, ਉਹਨਾਂ ਕੋਲੇ ਉਹ ਪਵਿੱਤਰ ਆਤਮਾ ਨਹੀਂ ਸੀ ਜਿਹੜਾ ਅੱਜ ਆਪਣੇ ਕੋਲੇ ਆ। ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਸੀਗਾ, ਮੈਂ ਦੂਸਰਾ ਸਹਾਇਕ ਤੁਹਾਡੇ ਵਾਸਤੇ ਭੇਜਾਂਗਾ, ਤੇ ਇਹ ਸਹਾਇਕ ਜਦੋਂ ਆਉਂਦਾ ਆ ਕੇ ਆਪਣੀ ਮਦਦ ਕਰਦਾ ਆ, ਤਾਂ ਕਿ ਆਪਾਂ ਡਿਸਰਨ ਕਰ ਸਕੀਏ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ, ਡਿਸਰਨ ਕਰਕੇ ਉਹਦੇ ਜਿਹੜੇ ਜਾਲ ਹੈਗੇ ਨੇ ਉਹਦੇ ਖਿਲਾਫ ਖੜੇ ਹੋ ਕੇ ਉਹਨੂੰ ਡਿਸਟਰੋਏ ਕਰਕੇ ਅੱਗੇ ਵੱਧ ਸਕੀਏ ਤੇ ਜੇਤੂ ਠਹਿਰ ਸਕੀਏ। ਆਮੇਨ। ਇਸ ਤਰ੍ਹਾਂ ਪ੍ਰਭੂ ਤੇ ਬਣੋ ਪਰਮੇਸ਼ਰ ਦਾ ਵਚਨ ਆਪਾਂ ਨੂੰ ਦੱਸਦਾ ਆ। ਪੜਾਂਗੇ ਆਪਾਂ ਪ੍ਰਭੂ ਦਾ ਵਚਨ 2 ਕੋਰਿੰਥੀਅਨ ਚੈਪਟਰ 2 ਵਰਸ 11 ਦੇ ਵਿੱਚ ਆਪਾਂ ਦੇਖਾਂਗੇ। ਆਮੇਨ। 2 ਕੋਰਿੰਥੀਅਨ ਦੂਸਰੇ ਦਾ 11ਵਾਂ ਵਰਸ ਆਪਾਂ ਪੜਾਂਗੇ ਪ੍ਰਭੂ ਤੇ ਬਣੋ। ਦੇਖੀਏ ਪੰਜਾਬੀ ਦੇ ਵਿੱਚ ਕੀ ਆਖਦਾ ਹੈ ਵਚਨ। ਜੀ ਹਾਂ, ਅਸੀਂ ਸ਼ੈਤਾਨ ਦੀਆਂ ਸਭ ਚਾਲਾਂ ਨੂੰ ਜਾਣਦੇ ਹਾਂ, ਇਸ ਲਈ ਸਾਨੂੰ ਉਸ ਨੂੰ ਆਪਣੇ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਵਿਸ਼ਵਾਸੀ ਆਖਦੇ ਨੇ, ਪੌਲੁਸ ਕਹਿੰਦਾ ਆ, ਅਸੀਂ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ ਜਾਣਦੇ ਹਾਂ, ਤਾਂ ਹੀ ਸਾਨੂੰ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਹੁਣ ਉਹਨਾਂ ਨਾਲ ਕੀ ਹੋਏਗਾ ਜਿਹੜੇ ਜਾਣਦੇ ਨਹੀਂ ਕਿ ਸ਼ੈਤਾਨ ਦੀਆਂ ਚਾਲਾਂ ਨੂੰ, ਉਹਨਾਂ ਦੇ ਨਾਲ ਕੀ ਹੋਏਗਾ? ਸੋ ਪਰਮੇਸ਼ਰ ਦਾ ਵਚਨ ਤਾਂ ਹੀ ਆਪਾਂ ਨੂੰ ਦੱਸਦਾ ਆ ਕਿੰਨਾ ਜ਼ਰੂਰੀ ਹੈ ਸ਼ੈਤਾਨ ਦੀਆਂ ਚਾਲਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਜਾਣਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਪਰਮੇਸ਼ਰ ਪਿਤਾ ਦਾ ਵਚਨ ਆਪਾਂ ਨੂੰ ਦੱਸਦਾ ਹੈ ਪ੍ਰਭੂ ਤੇ ਭੈਣੋ। ਆਓ ਦੇਖਾਂਗੇ ਆਪਾਂ ਕੁਛ ਦਿਨ, ਕੁਛ ਕਮਜ਼ੋਰੀਆਂ, ਕੁਛ ਤਰੀਕੇ ਕਦੋਂ ਸ਼ੈਤਾਨ ਇਨਸਾਨ ਨੂੰ ਸਿੱਟਣ ਦੀ ਕੋਸ਼ਿਸ਼ ਕਰਨ ਵਾਸਤੇ ਆਂਦਾ ਆ। ਕਿਹੜੇ ਉਹ ਦਿਨ ਨੇ, ਕਿਹੜੇ ਉਹ ਤਰੀਕੇ ਨੇ ਜਿਹੜੇ ਸ਼ੈਤਾਨ ਯੂਜ਼ ਕਰਦਾ ਆ ਕਿਸੇ ਵਿਸ਼ਵਾਸੀ ਨੂੰ ਸਿੱਟਣ ਦੇ ਵਾਸਤੇ। ਸੋ ਪ੍ਰਭੂ ਦੇ ਬਣੋ, ਸਭ ਤੋਂ ਪਹਿਲੇ ਨੰਬਰ ਤੇ ਜਦੋਂ ਤੁਸੀਂ ਸਪਿਰਿਚੁਅਲੀ ਤੁਹਾਡਾ ਪੈਸ਼ਨ ਜਿਹੜਾ ਆ ਉਹ ਧੀਮਾ ਪੈ ਜਾਵੇ, ਜਦੋਂ ਸਪਿਰਿਚੁਅਲੀ ਤੁਹਾਡਾ ਜੋਸ਼ ਜਿਹੜਾ ਆ ਉਹ ਠੰਡਾ ਪੈ ਜਾਵੇ। ਇੱਕ ਸਮਾਂ ਸੀਗਾ ਕਿ ਤੁਸੀਂ ਦੱਬ ਕੇ ਪੂਰੇ ਜੋਸ਼ ਦੇ ਨਾਲ, ਪੂਰੇ ਪੈਸ਼ਨ ਦੇ ਨਾਲ, ਪੂਰੇ ਦਿਲ ਦੇ ਨਾਲ ਪਰਮੇਸ਼ਰ ਦੀ ਬੰਦਗੀ ਕਰ ਰਹੇ ਹੋ, ਪਰਮੇਸ਼ਰ ਦੀ ਜੈ-ਜੈਕਾਰ ਕਰ ਰਹੇ ਹੋ, ਪਰਮੇਸ਼ਰ ਦੀ ਵਚਨ ਪੜ੍ਹ ਰਹੇ ਹੋ, ਸਵੇਰੇ ਪ੍ਰੇ ਕਰ ਰਹੇ ਹੋ, ਦਿਨੇ ਕਰ ਰਹੇ ਹੋ, ਸ਼ਾਮ ਨੂੰ ਕਰ ਰਹੇ ਹੋ ਲਗਾਤਾਰ। ਲੇਕਿਨ ਇੱਕ ਸਮਾਂ ਐਸਾ ਆ ਗਿਆ ਕਿਉਂਕਿ ਉਹਨੇ ਉਧਰ ਬੌਸ ਦੇ ਕੰਨ 'ਤੇ ਵੀ ਫੂਕ ਮਾਰਤੀ, ਇੱਧਰ ਸੱਸ ਦੇ ਕੰਨ 'ਤੇ ਵੀ ਫੂਕ ਮਾਰਤੀ, ਉਧਰ ਨੂੰਹ ਦੇ ਕੰਨ 'ਤੇ ਫੂਕ ਮਾਰਤੀ, ਉਧਰ ਬੱਚਿਆਂ ਦੇ ਕੰਨ 'ਤੇ ਫੂਕ ਮਾਰਤੀ, ਉਧਰ ਕੋਈ ਕੁਛ ਟਿਕਟ ਮਿਲ ਗਈ, ਆਹ ਹੋ ਗਿਆ, ਉਹ ਹੋ ਗਿਆ, ਉਧਰ ਚੰਗੀ ਤਰ੍ਹਾਂ ਖਾਧਾ ਵੀ ਨਹੀਂ, ਉਧਰ ਚੰਗੀ ਤਰ੍ਹਾਂ ਸੁੱਤੇ ਵੀ ਨਹੀਂ, ਉਧਰ ਚੜਦੇ ਨੇ ਕੁਛ ਆਹ ਹੋ ਗਿਆ, ਕੋਈ ਵੱਖਰੇ ਤਰੀਕੇ ਹੋ ਗਏ। ਸੋ ਤੁਸੀਂ ਢੇਰੀ ਢਾਤੀ, ਤੁਸੀਂ ਢਿੱਲੇ ਪੈ ਗਏ, ਤੁਹਾਡਾ ਜਿਹੜਾ ਸਪਿਰਿਚੁਅਲ ਪੈਸ਼ਨ ਸੀਗਾ ਉਹ ਢਿੱਲਾ ਪੈ ਗਿਆ। ਉਹ ਦੇਖਦਾ ਆ, ਲੈ ਵੀ ਇਹ ਹੁਣ ਬੰਦਾ ਤਿਆਰ ਆ, ਹੁਣ ਇਹ ਕਮਜ਼ੋਰ ਪੈ ਗਿਆ, ਹੁਣ ਇਹ ਸਪਿਰਿਚੁਅਲ ਪੈਸ਼ਨ ਇਹਦਾ ਗਿਆ ਹੈ। ਵੱਖਰੇ ਤਰੀਕੇ ਦੇ ਨਾਲ ਘਰ ਦੇ ਵਿੱਚ ਕੋਈ ਚੀਜ਼ ਹੋ ਗਈ, ਭੈਣ ਭਰਾਵਾਂ ਦੇ ਨਾਲ ਕੁਛ ਹੋ ਗਿਆ, ਤੁਸੀਂ ਢੇਰੀ ਢਾਤੀ। ਉਦੋਂ ਫਿਰ ਸ਼ੈਤਾਨ ਕਹਿੰਦਾ ਇਹ ਦਿਨ ਆ, ਉਹ ਦਿਨ ਫਿਰ ਆਉਂਦਾ ਆ ਉਹ ਵਿਸ਼ਵਾਸੀ ਨੂੰ ਟੈਂਪਟੇਸ਼ਨ ਦੇ ਵਿੱਚ ਪਾਉਣ ਦੇ ਵਾਸਤੇ, ਵਿਸ਼ਵਾਸੀ ਨੂੰ ਸਿੱਟਣ ਦੇ ਵਾਸਤੇ। ਲੇਕਿਨ ਪ੍ਰਭੂ ਦੇ ਭੈਣੋ, ਜੇ ਤੁਸੀਂ ਅੰਡਰਸਟੈਂਡ ਕਰ ਲਓ, ਜਿੱਦਣ ਤੁਸੀਂ ਚੰਗੀ ਤਰ੍ਹਾਂ ਸੁੱਤੇ ਨਾ ਹੋਵੋ, ਜਿੱਦਣ ਤੁਸੀਂ ਮਹਿਸੂਸ ਕਰ ਲਓ ਵੀ ਤੁਸੀਂ ਥੋੜਾ ਢਿੱਲੇ ਹੋ ਗਏ ਹੋ, ਜੇ ਤੁਸੀਂ ਇੱਕਦਮ ਪਵਿੱਤਰ ਆਤਮਾ ਦੀ ਆਵਾਜ਼ ਨੂੰ ਪਹਿਚਾਣ ਲਓ ਤੇ ਤੁਸੀਂ ਝੜਦੇ ਨੇ ਵਚਨ ਚੱਕ ਲਓ, ਝੜਦੇ ਨੇ ਦੂਜੀਆਂ ਬੋਲੀਆਂ 'ਚ ਪ੍ਰੇ ਕਰਨੀ ਸ਼ੁਰੂ ਕਰਦੇ ਹੋ, ਝੜਦੇ ਨੇ ਤੁਸੀਂ ਵਰਸ਼ਿਪ ਕਰਨੀ ਸ਼ੁਰੂ ਕਰਦੇ ਹੋ, ਝੜਦੇ ਨੇ ਤੁਸੀਂ ਪ੍ਰਚਾਰ ਸੁਣਨਾ ਸ਼ੁਰੂ ਕਰਦੇ ਹੋ, ਆਪਣੀਆਂ ਸੋਚਾਂ ਦੇ ਵਿੱਚ ਥਾਂ ਨਾ ਦੇਵੋ ਸ਼ੈਤਾਨ ਨੂੰ, ਤਾਂ ਪ੍ਰਭੂ ਦੇ ਭੈਣੋ ਕਿਸੇ ਵੀ ਹਾਲਤ ਵਿੱਚ ਉਹਦੀ ਉਹ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕਦੀ। ਆਮੇਨ। ਜੇ ਤੁਸੀਂ ਠਹਿਰੋਗੇ ਤੇ ਉਹਦੀ ਹਾਰ ਹੋਵੇਗੀ। ਆਮੇਨ। ਸੋ ਇਹ ਪਹਿਲਾ ਤਰੀਕਾ ਹੈ ਪ੍ਰਭੂ ਦੇ ਭੈਣੋ, ਜਦੋਂ ਸਪਿਰਿਚੁਅਲੀ ਪੈਸ਼ਨ ਜਿਹੜਾ ਹੈਗਾ ਇਨਸਾਨ ਦਾ ਚਲੇ ਜਾਂਦਾ। ਦੂਸਰੇ ਨੰਬਰ ਤੇ ਜਦੋਂ ਕੋਈ ਇਨਸਾਨ ਬਹੁਤ ਹੀ ਜ਼ਿਆਦਾ ਫਰੂਸਟ੍ਰੇਸ਼ਨ ਵਿੱਚੋਂ ਦੀ ਜਾਵੇ, ਜਦੋਂ ਐਕਸਟ੍ਰੀਮ ਫਰੂਸਟ੍ਰੇਸ਼ਨ ਬੰਦੇ ਨੂੰ ਆ ਜਾਂਦੀ ਆ, ਬੰਦਾ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਆ ਜਾਂਦਾ। ਕਈ ਵਾਰ ਗੱਲ ਕਰਦੇ ਹੁੰਦੇ ਆ, ਉਹ ਬਹੁਤ ਸਟ੍ਰੈਸ ਦੇ ਚੱਲ ਰਹੇ ਨੇ, ਪਾਸਟਰ ਜੀ ਬਹੁਤ ਸਟ੍ਰੈਸ ਵਿੱਚੋਂ ਨਹੀਂ ਜਾ ਰਹੇ ਆ, ਪਾਸਟਰ ਜੀ ਬਹੁਤ ਮੁਸ਼ਕਿਲ ਵਿੱਚੋਂ ਨਹੀਂ ਜਾ ਰਹੇ ਆ, ਬਹੁਤ ਜ਼ਿਆਦਾ ਫਰੂਸਟ੍ਰੇਸ਼ਨ ਆਈ ਹੋਈ ਹੈਗੀ ਆ, ਥਕਾਵਟ ਹੋਈ ਹੈਗੀ ਆ, ਬਹੁਤ ਹੀ ਮਨ ਨਹੀਂ ਕਰਦਾ, ਦਿਲ ਨਹੀਂ ਕਰਦਾ। ਜਦੋਂ ਤੁਸੀਂ ਦੇਖੋ ਪ੍ਰਭੂ ਜੀ ਨੂੰ ਪਰਮੇਸ਼ਰ ਦਾ ਵਚਨ ਦੱਸਦਾ ਆ, ਜਦੋਂ ਪ੍ਰਭੂ ਯਿਸੂ ਮਸੀਹ ਵਰਤ ਵਿੱਚ ਸੀਗੇ, ਜਾਣੀ ਕਿ ਵਰਤ ਵਿੱਚ ਕੋਈ ਕਿਸੇ ਨੇ ਖਾਧਾ ਨਹੀਂ, ਪ੍ਰਭੂ ਨੇ ਕੁਛ ਖਾਧਾ ਨਹੀਂ, ਕੁਛ ਪੀਤਾ ਨਹੀਂ, ਜਾਣੀ ਕਿ ਸਰੀਰਕ ਤੌਰ 'ਤੇ ਕਮਜ਼ੋਰ ਪੈ ਜਾਂਦੇ ਨੇ। ਉਦੋਂ ਜਦੋਂ ਕਮਜ਼ੋਰ ਪੈ ਜਾਂਦਾ ਇਨਸਾਨ, ਉਦੋਂ ਸ਼ੈਤਾਨ ਆਉਂਦਾ ਆ ਤੁਹਾਨੂੰ ਸਿੱਟਣ ਦੇ ਵਾਸਤੇ ਕੋਸ਼ਿਸ਼ ਕਰਦਾ ਆ। ਬਾਈਬਲ ਦੇ ਵਿੱਚ ਤੁਸੀਂ ਦੇਖੋ
ਕਿੱਡੀ ਵੱਡੀ ਜਿੱਤ ਇਲਾਈਜਾ ਨੇ ਪ੍ਰਾਪਤ ਕੀਤੀ ਸੀਗੀ। ਉਹ ਤਕਰੀਬਨ 430 ਜਾਂ 440 ਨਬੀ ਸੀਗੇ ਬਾਲ, ਜਿਨ੍ਹਾਂ ਨੂੰ ਉਹਨੇ ਡਿਸਟਰੋਏ ਕੀਤਾ। ਤੇ ਫਿਰ 3.5 ਸਾਲ ਮੀਂਹ ਨਹੀਂ ਪਿਆ ਸੀ, ਤੇ ਉਹਨੇ ਦੁਆ ਕੀਤੀ ਤੇ ਜ਼ਬਰਦਸਤ ਮੀਂਹ ਪਿਆ। ਸਾਰੇ ਜਸ਼ਨ ਮਨਾ ਰਹੇ ਨੇ, ਸਾਰੇ ਉੱਚੀ ਉੱਚੀ ਪਰਮੇਸ਼ਰ ਦੀ ਮਹਿਮਾ ਕਰ ਰਹੇ ਨੇ, ਜੈ ਜੈਕਾਰ ਕਰ ਰਹੇ ਨੇ। ਤੇ ਇਲਾਜਾ ਉੱਥੋਂ ਨਿਕਲਿਆ, ਅੱਗੇ ਜਾ ਕੇ ਪ੍ਰਭੂ ਦਾ ਵਚਨ ਕਹਿੰਦਾ ਥੱਕ ਗਿਆ ਸੀ ਉਹ, ਬਹੁਤ ਜ਼ਿਆਦਾ ਥੱਕ ਗਿਆ ਕਿ ਤੂੰ ਇੱਕ ਥਾਂ ਤੇ ਉਹ ਲੇਟ ਗਿਆ ਜਾਂ ਰੈਸਟ ਕਰਨ ਲੱਗ ਗਿਆ। ਉਦੋਂ ਫਿਰ ਸ਼ੈਤਾਨ ਨੇ ਆ ਕੇ ਉਹਨੂੰ ਸਿੱਟਣ ਦੀ ਕੋਸ਼ਿਸ਼ ਕੀਤੀ। ਯਾਨੀ ਕਿ ਉਹ ਕਹਿੰਦਾ ਆ ਪਰਮੇਸ਼ਰ ਪਿਤਾ ਕਹਿੰਦਾ ਮੇਰੀ ਤਾਂ ਜਾਨ ਲੈ ਲਾ ਤੂੰ, ਮੈਂ ਨਹੀਂ ਹੁਣ ਜਿਉਣਾ, ਮੇਰਾ ਨਹੀਂ ਹੁਣ ਜੀਣ ਨੂੰ ਦਿਲ ਕਰਦਾ, ਮੈਨੂੰ ਤਾਂ ਤੂੰ ਚੱਕ ਲਾ। ਤੁਹਾਨੂੰ ਯਾਦ ਹੋਏਗਾ ਬਾਈਬਲ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਇਨਸਾਨ ਬਹੁਤ ਜ਼ਿਆਦਾ ਐਕਸਟ੍ਰੀਮ ਫਰਸਟ੍ਰੇਸ਼ਨ ਦੇ ਵਿੱਚੋਂ ਨਿਕਲ ਕੇ ਜਾਂਦਾ ਆ, ਉਦੋਂ ਸ਼ੈਤਾਨ ਕਹਿ ਲਓ ਤੁਸੀਂ ਇਨਸਾਨ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਆ। ਸੋ ਇਹ ਦੂਸਰਾ ਤਰੀਕਾ ਆ ਜਿਹੜਾ ਸ਼ੈਤਾਨ ਅਪਣਾਉਂਦਾ ਆ ਕਿਸੇ ਇਨਸਾਨ ਨੂੰ, ਵਿਸ਼ਵਾਸੀ ਨੂੰ ਸਿੱਟਣ ਦੇ ਵਾਸਤੇ। ਤੀਸਰਾ ਤਰੀਕਾ ਆਪਾਂ ਦੇਖਾਂਗੇ ਪ੍ਰਾਪਤ ਬਣੋ, ਜਦੋਂ ਤੁਸੀਂ ਥੋੜਾ ਕੰਫਿਊਜ਼ ਹੋ ਜਾਵੋ ਆਪਣੇ ਪਰਪਸ ਦੇ ਮੁਤਲਕ। ਤੁਹਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਇੱਕ ਪਰਪਸ ਆ, ਤੁਹਾਡੀ ਜ਼ਿੰਦਗੀ ਦਾ ਇੱਕ ਮਕਸਦ ਆ। ਤੁਹਾਡਾ ਮਕਸਦ ਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਨਾਮ ਉੱਚਾ ਕਰ ਸਕੋ। ਮਕਸਦ ਆ ਕਿ ਤੁਸੀਂ ਜਾਨਾਂ ਬਚਾ ਸਕੋ। ਮਕਸਦ ਆ ਤੁਸੀਂ ਵਰਸ਼ਿਪ ਕਰ ਸਕੋ। ਮਕਸਦ ਆ ਤੁਸੀਂ ਪ੍ਰਚਾਰ ਕਰ ਸਕੋ। ਮਕਸਦ ਆ ਤੁਸੀਂ ਗਵਾਹੀ ਦੇ ਸਕੋ। ਲੇਕਿਨ ਜਦੋਂ ਤੁਸੀਂ ਕੰਫਿਊਜ਼ ਹੋ ਜਾਂਦੇ ਹੋ ਇੱਧਰ ਦੀਆਂ ਉੱਧਰ ਦੀਆਂ ਚੀਜ਼ਾਂ ਦੇ ਵਿੱਚ, ਦੋਸਤਾਂ ਨੂੰ ਦੇਖ ਕੇ, ਰਿਸ਼ਤੇਦਾਰਾਂ ਨੂੰ ਦੇਖ ਕੇ, ਲੈ ਵੀ ਉਹਨਾਂ ਨੇ ਇੰਨੀ ਸੋਹਣੀ ਹਵੇਲੀ ਪਾ ਲਈ ਆ, ਲੈ ਵੀ ਉਹਨਾਂ ਨੇ ਇੰਨੇ ਸੋਹਣੇ ਘਰ ਪਾ ਲਏ ਨੇ, ਲੈ ਵੀ ਇਹਨਾਂ ਨੇ ਇੰਨੇ ਸੋਹਣੀਆਂ ਗੱਡੀਆਂ ਲੈ ਲਈਆਂ ਨੇ, ਉਹਨਾਂ ਨੇ ਟ੍ਰੇਨਾਂ ਲੈ ਲਈਆਂ ਨੇ, ਉਹਨਾਂ ਨੇ ਟਰੱਕ ਲੈ ਲਏ ਨੇ, ਹਵਾਈ ਜਹਾਜ਼ ਲੈ ਲਏ ਨੇ ਹੈ। ਤੇ ਉਦੋਂ ਫਿਰ ਤੁਸੀਂ ਕੰਫਿਊਜ਼ ਹੋ ਜਾਂਦੇ ਹੋ। ਉਸ ਪਰਪਸ ਜਿਹੜਾ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਹੈ, ਮਕਸਦ ਜਿਹੜਾ ਦਿੱਤਾ ਆ, ਉਹ ਤੁਹਾਡੇ ਮਨ ਚੋਂ ਨਿਕਲ ਜਾਂਦਾ ਆ ਤੇ ਤੁਸੀਂ ਵੀ ਦੁਨੀਆ ਵਾਂਗੂ ਇਹਨਾਂ ਚੀਜ਼ਾਂ ਦੇ ਪਿੱਛੇ ਪੈ ਜਾਂਦੇ ਹੋ। ਲੈ ਵੀ ਮੈਂ ਵੀ ਥੋੜਾ ਪੈਸਾ ਇਕੱਠਾ ਕਰ ਲਾਂ, ਲੈ ਵੀ ਮੈਂ ਵੀ ਉਹ ਲੈ ਲਾਂ, ਮੈਂ ਵੀ ਆਹ ਲੈ ਲਾਂ, ਨਵਾਂ ਆਈਫੋਨ ਆਇਆ ਆ, ਮੈਂ ਵੀ ਇਹ ਲੈਣਾ ਆ, ਮੈਂ ਇੰਜ ਕਰਨਾ ਹੋ ਜਾ। ਉਦੋਂ ਤੁਹਾਡਾ ਪਰਪਸ, ਮਕਸਦ ਵਿੱਚ ਤੁਸੀਂ ਕੰਫਿਊਜ਼ ਹੋ ਜਾਂਦੇ ਹੋ। ਉਦੋਂ ਆਉਂਦਾ ਹੈ ਸ਼ੈਤਾਨ ਫਿਰ ਟੈਂਪਟੇਸ਼ਨ ਵਿੱਚ ਪਾਉਣ ਦੇ ਵਾਸਤੇ, ਇਨਸਾਨ ਨੂੰ ਸਿੱਟਣ ਦੇ ਵਾਸਤੇ, ਇਨਸਾਨ ਨੂੰ ਡਿਸਕਰੇਜ ਕਰਨ ਵਾਸਤੇ। ਇਨਸਾਨ ਜ਼ੋਰ ਲਾਉਂਦਾ ਹੈ ਆਪਣਾ, ਵਿਸ਼ਵਾਸੀ ਜ਼ੋਰ ਲਾਉਂਦਾ ਹੈ ਆਪਣਾ ਕਿ ਚਲੋ ਮੈਂ ਵੀ ਪੈਸਾ ਇਕੱਠਾ ਕਰ ਲਾਂ। ਜ਼ੋਰ ਲਾਉਂਦਾ, ਲੱਗਦਾ ਨਹੀਂ ਜ਼ੋਰ ਉਹਦਾ ਹੈ, ਕੋਸ਼ਿਸ਼ ਕਰਦਾ ਹੈ, ਜ਼ੋਰ ਲੱਗਦਾ ਨਹੀਂ। ਉਦੋਂ ਸ਼ੈਤਾਨ ਫਿਰ ਆ ਕੇ ਉਹਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਬਾਈਬਲ ਦੇ ਵਿੱਚ ਵੀ ਆਪਾਂ ਨੂੰ ਬਥੇਰੀਆਂ ਕਹਾਣੀਆਂ ਇਸ ਤਰ੍ਹਾਂ ਮਿਲਦੀਆਂ ਨੇ, ਜਦੋਂ ਕਿਸੇ ਨੇ ਆਪਣਾ ਮਕਸਦ ਗੁੰਮ ਕਰ ਲਿਆ ਜਾਂ ਕੰਫਿਊਜ਼ ਹੋ ਗਿਆ ਮਕਸਦ ਦੇ ਵਾਸਤੇ, ਉਦੋਂ ਸ਼ੈਤਾਨ ਉਹਨੂੰ ਪ੍ਰਭਾਵਣ ਦੇ ਵਾਸਤੇ ਆਉਂਦਾ ਹੈ। ਚੌਥੇ ਨੰਬਰ ਦੇ ਪ੍ਰਾਪਤ ਭੈਣੋ, ਇੱਕ ਹੋਰ ਸਮਾਂ ਆ ਜਦੋਂ ਤੁਹਾਡੀ ਸ਼ਾਂਤੀ ਗੁੰਮ ਹੋ ਜਾਵੇ, ਲੈਕ ਆਫ ਪੀਸ। ਪੀਸ ਕਿਸ ਤਰ੍ਹਾਂ ਆਉਂਦਾ ਹੈ ਆਪਾਂ ਨੂੰ? ਪ੍ਰਿੰਸ ਆਫ ਪੀਸ ਤੋਂ ਆਉਂਦਾ, ਪ੍ਰਭੂ ਯਿਸੂ ਤੋਂ ਆਉਂਦਾ ਹੈ, ਪਰਮੇਸ਼ਰ ਦੇ ਵਚਨ ਤੋਂ ਆਉਂਦਾ ਹੈ, ਉਹਦੀ ਵਰਸ਼ਿਪ ਕਰਨ ਤੋਂ ਆਉਂਦਾ ਹੈ। ਲੇਕਿਨ ਜਦੋਂ ਕਈ ਵਾਰ ਬੰਦਾ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦਾ ਆ ਕਿ ਵਰਸ਼ਿਪ ਦੇ ਵਿੱਚ ਵੀ ਟਾਈਮ ਨਹੀਂ ਲਗਾਉਂਦਾ, ਪਰਮੇਸ਼ਰ ਦੇ ਵਚਨਾਂ 'ਚ ਵੀ ਟਾਈਮ ਨਹੀਂ ਲਗਾਉਂਦਾ, ਪਰਮੇਸ਼ਰ ਜੋ ਪ੍ਰਿੰਸ ਆਫ ਪੀਸ ਆ ਉਹਦੇ ਨਾਲ ਵੀ ਉਹਦਾ ਰਿਸ਼ਤਾ ਕਮਜ਼ੋਰ ਪੈ ਜਾਂਦਾ ਆ, ਗੱਲਬਾਤ ਨਹੀਂ ਕਰਦਾ, ਉਦੋਂ ਕੀ ਹੁੰਦਾ? ਉਦੋਂ ਸ਼ਾਂਤੀ ਉਹ ਗੁਆ ਬੈਠਦਾ ਆ, ਯਾਨੀ ਕਿ ਕਮਜ਼ੋਰ ਪੈ ਜਾਂਦੀ ਹੈ। ਜਦੋਂ ਕਿਸੇ ਦੀ ਸ਼ਾਂਤੀ ਕਮਜ਼ੋਰ ਪੈ ਜਾਂਦੀ ਆ ਕਿਉਂਕਿ ਉਹ ਵੱਖਰੀਆਂ ਦੂਸਰੀਆਂ ਚੀਜ਼ਾਂ ਦੇ ਵਿੱਚ ਜ਼ਿਆਦਾ ਬਿਜ਼ੀ ਹੋ ਗਿਆ, ਉਦੋਂ ਫਿਰ ਸ਼ੈਤਾਨ ਆਉਂਦਾ ਦੇਖ ਕੇ, ਮੌਕੇ ਨੂੰ ਦੇਖ ਕੇ, ਲੈ ਵੀ ਹਾਂ ਉਹਨਾਂ ਨੇ ਸ਼ਾਂਤੀ ਗਵਾ ਲਈ ਹੈਗੀ ਆ, ਹਾਂ ਹੁਣ ਮੈਂ ਆਊਂਗਾ ਤੇ ਆ ਕੇ ਪਿਕਬੂ ਕਹੂੰਗਾ, ਉਹਨੂੰ ਝਾਤ ਕਹੂੰਗਾ, ਹੁਣ ਦੇਖਦਾ ਕੀ ਹੁੰਦਾ ਆ। ਉਦੋਂ ਫਿਰ ਅਕਸਰ ਇਨਸਾਨ ਜਿਹੜਾ ਹੈਗਾ ਸ਼ਾਂਤੀ ਗਵਾ ਬੈਠਦਾ ਆ ਤੇ ਉਦੋਂ ਫਿਰ ਜਦੋਂ ਪੇਸ਼ੈਂਸ ਨਹੀਂ ਰਹਿੰਦੀ, ਇੰਪੇਸ਼ੈਂਸ ਹੋ ਜਾਂਦਾ ਆ, ਉਦੋਂ ਕੁਛ ਹੋ ਜਾਂਦਾ ਆ, ਉਦੋਂ ਉਹਦਾ ਮੂੰਹ ਨਹੀਂ ਬੰਦ ਹੁੰਦਾ, ਉਦੋਂ ਕੁਛ ਹੋ ਜਾਂਦਾ ਆ, ਉਹ ਝੜਦੇ ਨੇ ਨਿਕਲਦਾ ਆਪਣੇ ਘਰੋਂ, ਉਦੋਂ ਭੱਜਦਾ ਆ ਉਹ, ਜਾਣੀ ਕਿ ਉਦੋਂ ਸੋਚਦਾ ਨਹੀਂ ਗਾ ਕਿਉਂਕਿ ਇੰਪੇਸ਼ੈਂਸ ਜੋ ਹੋ ਗਿਆ, ਆਮੀਨ, ਸ਼ਾਂਤੀ ਗਵਾ ਬੈਠਾ ਹੈ। ਸੋ ਪ੍ਰਭੂ ਦੇ ਬਣੋ, ਜਦੋਂ ਮੁਸ਼ਕਲਾਂ ਵਿੱਚੋਂ ਦੀ ਨਿਕਲ ਕੇ ਜਾ ਰਹੀ ਹੋਈ ਹੈ, ਕਿੰਨਾ ਜ਼ਰੂਰੀ ਆ ਪਰਮੇਸ਼ਰ ਦੇ ਵਚਨਾਂ 'ਤੇ ਧਿਆਨ ਦੇਣਾ, ਕਿੰਨਾ ਜ਼ਰੂਰੀ ਆ ਵਰਸ਼ਿਪ ਦੇ ਵਿੱਚ ਧਿਆਨ ਦੇਣਾ, ਕਿੰਨਾ ਜ਼ਰੂਰੀ ਆ ਦੂਸਰੀਆਂ ਬੋਲੀਆਂ 'ਚ ਪ੍ਰੇਅਰ ਕਰਨੀ, ਰੂਹ ਦੇ ਵਿੱਚ ਪ੍ਰੇਅਰ ਕਰਨੀ, ਤਾਂ ਕਿ ਸ਼ਾਂਤੀ ਤੁਹਾਡੇ ਵਿੱਚ ਬਣੀ ਰਹੇ, ਆਮੀਨ। ਕਿਉਂਕਿ ਜੇ ਸ਼ਾਂਤੀ ਹੋਏਗੀ ਫਿਰ ਹੀ ਖੁਸ਼ੀ ਹੋਵੇਗੀ, ਤੇ ਜੋਏ ਆਫ ਦ ਲਾਰਡ ਇਜ਼ ਮਾਈ ਸਟਰੈਂਥ। ਜੇ ਸ਼ਾਂਤੀ ਨਹੀਂ ਹੋਏਗੀ ਤਾਂ ਖੁਸ਼ੀ ਵੀ ਨਹੀਂ ਹੋਏਗੀ, ਆਮੀਨ। ਤਾਂ ਫਿਰ ਉਹ ਸਟਰੈਂਥ ਗੁੰਮ ਕਰ ਲਾਂਗੇ, ਉਦੋਂ ਫਿਰ ਸ਼ੈਤਾਨ ਆ ਕੇ ਆਪਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਇਹ ਤਾਂ ਪ੍ਰਾਪਤ ਬਣਾ ਚੌਥਾ ਤਰੀਕਾ ਸੀਗਾ ਜਿਹੜਾ ਸ਼ੈਤਾਨ ਦੇਖ ਕੇ ਇਨਸਾਨ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ। ਪੰਜਵੇਂ ਨੰਬਰ ਤੇ, ਵੈਸੇ ਆਪਾਂ ਆਲਰੇਡੀ ਡਿਟੇਲ ਥੋੜੀ ਦੇਖ ਚੁੱਕੇ ਹੈਗੇ ਆ, ਜਦੋਂ ਕੋਈ ਵਿਸ਼ਵਾਸੀ ਬਹੁਤ ਜ਼ਿਆਦਾ ਥੱਕ ਜਾਂਦਾ ਹੈ, ਜਦੋਂ ਤੁਸੀਂ ਸਰੀਰਕ ਤੌਰ ਤੇ ਥੱਕ ਜਾਂਦੇ ਹੋ, ਜਦੋਂ ਤੁਸੀਂ ਮਾਨਸਿਕ ਤੌਰ ਤੇ ਥੱਕ ਜਾਂਦੇ ਹੋ, ਇਮੋਸ਼ਨਲੀ, ਜਦੋਂ ਤੁਸੀਂ ਸਪਿਰਿਚੁਅਲੀ ਥੱਕ ਜਾਂਦੇ ਹੋ,
ਥਕਾਵਟ ਜਿਹੜੀ ਹੈਗੀ ਆ, ਬਾਈਬਲ ਦੇ ਵਿੱਚ ਜਿੱਥੇ ਜਿੱਥੇ ਵੀ ਇਨਸਾਨ ਥੱਕੇ ਨੇ ਉੱਥੇ ਉੱਥੇ ਹੀ ਸ਼ੈਤਾਨ ਆ ਕੇ ਉਹਨਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਥਕਾਵਟ ਜਿਹੜੀ ਹੈਗੀ ਆ ਪ੍ਰਭੂ ਦੇ ਪਹਿਲੋਂ, ਉਹ ਤੁਹਾਨੂੰ ਯਾਦ ਆ ਕਿ ਇਹੋ ਕਰਸ ਸੀਗਾ ਜੋ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਕਿਹਾ ਸੀਗਾ ਕਿ ਹੁਣ ਤੁਸੀਂ ਮਿਹਨਤ ਕਰੋਗੇ, ਹੁਣ ਤੁਹਾਨੂੰ ਜ਼ੋਰ ਲਾਉਣਾ ਪਊਗਾ ਰੋਟੀ ਬਣਾਉਣ ਦੇ ਵਾਸਤੇ। ਤੁਹਾਨੂੰ ਇਨਸਾਨ ਜਦੋਂ ਰੈਸਟ ਨਹੀਂ ਕਰਦਾ, ਰੈਸਟਲੈਸ ਹੋ ਜਾਂਦਾ ਆ, ਤਾਂ ਹੀ ਪਰਮੇਸ਼ਰ ਨੇ ਆਖਿਆ ਸੀਗਾ ਵੀ ਤੁਸੀਂ 6 ਦਿਨ ਕੰਮ ਕਰੋ ਤੇ 7ਵਾਂ ਦਿਨ ਤੁਸੀਂ ਰੈਸਟ ਕਰੋ। ਸਾਇੰਟਿਸਟ ਕਹਿੰਦੇ ਨੇ ਜਦੋਂ ਬੰਦਾ 6 ਦਿਨ ਕੰਮ ਕਰਦਾ ਤੇ 7ਵਾਂ ਦਿਨ ਰੈਸਟ ਕਰਦਾ, ਉਦੋਂ ਪਿਛਲੇ 6 ਦਿਨਾਂ ਦੀ ਥਕਾਵਟ ਵੀ ਦੂਰ ਹੋ ਜਾਂਦੀ ਆ ਤੇ ਆਉਣ ਵਾਲੇ 6 ਦਿਨਾਂ ਦੇ ਵਾਸਤੇ ਬੈਟਰੀ ਚਾਰਜ ਹੋ ਜਾਂਦੀ ਆ। ਲੇਕਿਨ ਆਪਾਂ ਬਹੁਤ ਦਫਾ ਕੀ ਕਰਦੇ ਆ, ਪੌਂਡ ਬਣਾਉਣੇ ਨੇ, ਡਾਲਰ ਬਣਾਉਣੇ ਨੇ, ਪੈਸਾ ਬਣਾਉਣਾ ਆ, ਤੇ ਕਹਿੰਦੇ ਆ ਚਲੋ ਅੱਜ 7ਵਾਂ ਦਿਨ ਖਾਲੀ ਆ, ਅੱਜ ਡਬਲ ਸ਼ਿਫਟ ਕਰ ਲਓ। ਜਾਂ ਕਈ ਵਾਰ ਇੱਦਾਂ ਹੁੰਦਾ ਹੈ ਵੀ 7ਵਾਂ ਦਿਨ ਜਿੱਦਣ ਰੈਸਟ ਵਾਲਾ ਦਿਨ ਹੁੰਦਾ ਉਸ ਦਿਨ ਤੁਸੀਂ ਜ਼ਿਆਦਾ ਮਿਹਨਤ ਕਰ ਲੈਂਦੇ ਹੋ। ਲਓ ਜੀ ਅੱਜ ਸਾਰੇ ਕੱਪੜੇ ਵੀ ਅੱਜ ਹੀ ਧੋਣੇ ਨੇ, ਲਓ ਜੀ ਅੱਜ ਗੱਡੀਆਂ ਵੀ ਧੋਣੀਆਂ ਨੇ, ਅੱਜ ਟਰੱਕ ਵੀ ਧੋਣੇ ਨੇ, ਅੱਜ ਸਾਰੇ ਘਰ ਵੀ ਸਾਫ਼ ਕਰਨਾ ਆ, ਅੱਜ ਪੇਂਟ ਵੀ ਕਰਨਾ ਆ, ਅੱਜ ਆਹ ਵੀ ਕਰਨਾ, ਉਹ ਵੀ ਕਰ ਲਾ, ਤੁਹਾਡੀਆਂ ਅਪਾਇੰਟਮੈਂਟਾਂ ਵੀ ਆ ਗਈਆਂ, ਤੁਹਾਡੇ ਇੰਟਰਵਿਊਜ਼ ਵੀ ਆ ਗਈਆਂ, ਤੁਸੀਂ ਫਾਰਮ ਵੀ ਭਰਨੇ ਨੇ, ਤੁਸੀਂ ਟਿਕਟਾਂ ਵੀ ਬੁੱਕ ਕਰਨੀਆਂ ਨੇ, ਪਤਾ ਨਹੀਂ ਕੀ ਕੁਛ, ਉਸ ਦਿਨ ਜ਼ਿਆਦਾ ਕੰਮ ਹੋ ਜਾਂਦਾ। ਸੋ ਇਸ ਤਰ੍ਹਾਂ ਪ੍ਰਾਪਤ ਇਨਸਾਨ ਬਹੁਤ ਥੱਕ ਜਾਂਦਾ ਆ। ਜਦੋਂ ਇਨਸਾਨ ਥੱਕ ਜਾਂਦਾ ਆ, ਹਾਂ ਸ਼ੈਤਾਨ ਦੇ ਕੰਨ ਖੜੇ ਹੋ ਜਾਂਦੇ ਨੇ ਡੱਡੂ ਵਾਂਗੂ ਜਾਂ ਕੁੱਤੇ ਵਾਂਗੂ। ਸ਼ੈਤਾਨ ਕਹਿੰਦਾ ਹਾਂ ਉਹ ਫਲਾਣਾ ਥੱਕਿਆ ਹੋਇਆ, ਹੁਣ ਜਾਊਂਗਾ ਮੈਂ। ਉਸ ਸਮੇਂ ਜਾਂਦਾ ਆ ਥੱਕੇ ਹੋਏ ਇਨਸਾਨ ਦੇ ਕੋਲੇ, ਉਹਨੂੰ ਸਿੱਟਣ ਦੇ ਵਾਸਤੇ ਕੋਸ਼ਿਸ਼ ਕਰਦਾ ਹੈ। ਮੈਂ ਸੋ ਪ੍ਰਾਪਤ ਅਕਸਰ ਇਨਸਾਨ ਜਦੋਂ ਕੋਈ ਜਸ਼ਨ ਵਿੱਚੋਂ ਨਹੀਂ ਨਿਕਲ ਜਾਂਦਾ ਨਾ, ਕੋਈ ਬਹੁਤ ਹੀ ਬਰਕਤ ਵਾਲਾ ਦਿਨ ਹੋਏ, ਬਹੁਤ ਹੀ ਜ਼ਬਰਦਸਤ ਭੰਗੜੇ ਪਾਏ ਹੋਣ, ਤੁਸੀਂ ਬਹੁਤ ਇੰਜੋਏ ਕੀਤਾ ਹੋਵੇ ਕੋਈ ਮੀਟਿੰਗ ਦੇ ਵਿੱਚ, ਕੋਈ ਸਰਵਿਸ ਜ਼ਬਰਦਸਤ ਹੋਈ ਹੋਵੇ, ਕੋਈ ਤੁਹਾਡੀ ਵੱਡੀ ਪਾਰਟੀ ਸ਼ਾਟੀ ਹੋਈ ਹੋਵੇ ਤੇ ਬੜਾ ਤੁਸੀਂ ਖੁਸ਼ ਹੋਏ ਹੋਵੋ, ਸਮਝੋ ਕਿ ਅਗਲਾ ਦਿਨ ਤੁਸੀਂ ਥੱਕੇ ਹੋਵੋਗੇ ਤੇ ਅਗਲੇ ਦਿਨ ਹੀ ਸ਼ੈਤਾਨ ਨੇ ਆ ਜਾਣਾ ਆ। ਤਾਂ ਹੀ ਕਈ ਵਾਰ ਅਕਸਰ ਲੋਕ ਮੰਡੇ ਨੂੰ ਸਾਰਾ ਦਿਨ ਕੰਮ, ਸਾਰਾ ਹਫਤਾ ਕੰਮ ਕਰਕੇ ਤੇ ਮੰਡੇ ਨੂੰ ਉਹ ਮਹਿਸੂਸ ਕਰਦੇ ਨੇ ਬਈ ਅੱਜ ਥੱਕ ਗਿਆ ਮੈਂ, ਤੇ ਉਦੋਂ ਹੀ ਉਹ ਸ਼ੈਤਾਨ ਆ ਕੇ ਉਹਨਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਸੋ ਪ੍ਰਭੂ ਦੇ ਬਣਾਓ, ਤਾਂ ਹੀ ਪ੍ਰਭੂ ਦੇ ਵਚਨ ਨੂੰ ਇਗਨੋਰ ਨਾ ਕਰੀਏ। 7ਵਾਂ ਦਿਨ ਜੋ ਰੈਸਟ ਵਾਲਾ ਦਿਨ ਆ, ਆਪਾਂ ਨੂੰ ਚਾਹੀਦਾ ਹੈ ਕਿ ਉਸ ਦਿਨ ਵੱਧ ਤੋਂ ਵੱਧ ਸਮਾਂ ਪ੍ਰਭੂ 'ਚ ਗੁਜ਼ਾਰੀਏ, ਵੱਧ ਤੋਂ ਵੱਧ ਸਮਾਂ ਪਰਮੇਸ਼ਰ ਦੇ ਵਚਨਾਂ 'ਚ ਗੁਜ਼ਾਰੀਏ, ਵੱਧ ਤੋਂ ਵੱਧ ਸਮਾਂ ਐਕਲੇਸੀਆ ਚਰਚ ਮਿਸ ਨਾ ਕਰੀਏ, ਸੰਗਤੀ ਮਿਸ ਨਾ ਕਰੀਏ, ਚਾਹੇ ਜਿੰਨੇ ਵੀ ਥੱਕੇ ਹੋਣ। ਕਈ ਵਾਰ ਮੈਨੂੰ ਫੋਨ ਕਰਦੇ ਨੇ, ਪਾਸਟਰ ਜੀ ਸੌਰੀ ਅੱਜ ਮੈਂ ਤੋਂ ਆ ਨਹੀਂ ਹੋਣਾ, ਪਾਸਟਰ ਜੀ ਮੈਂ ਬਹੁਤ ਥੱਕਿਆ ਹੋਇਆ, ਮੈਂ ਬਹੁਤ ਥੱਕਿਆ ਹੋਇਆ। ਮੈਂ ਉਹਨਾਂ ਕਹਿੰਦਾ ਭਾਈ ਅੱਜ ਤਾਂ ਫਿਰ ਤੇਰਾ ਆਉਣਾ ਬਣਦਾ ਹੈ। ਜੇ ਥੱਕਿਆ ਹੋਇਆ ਬਹੁਤ ਜ਼ਿਆਦਾ, ਅੱਜ ਤਾਂ ਆਉਣਾ ਬਣਦਾ ਤੇਰਾ। ਜਾ ਕੇ ਝੜਦੇ ਨੇ ਤਿਆਰ ਚ ਹੋ ਕੇ, ਨਹਾ ਕੇ ਗਰਮ ਗਰਮ ਪਾਣੀ ਦੇ ਨਾਲ ਤੇ ਆ ਜਾ, ਕਿਉਂਕਿ ਜਿੱਦਣ ਥੱਕਿਆ ਹੈ ਨਾ ਤੂੰ, ਉਸ ਦਿਨ ਤਾਂ ਭਰਾ ਮੇਰੇ ਆ ਤੈਨੂੰ ਪਰਮੇਸ਼ਰ ਦੇ ਛੂਹ ਦੀ ਜ਼ਰੂਰਤ ਹੈ। ਆਮੀਨ। ਕਿਉਂਕਿ ਉਸ ਦਿਨ ਹੀ ਪਰਮੇਸ਼ਰ ਨੇ ਤੈਨੂੰ ਤਕੜਾ ਕਰਨਾ ਹੈ ਤਾਂ ਕਿ ਸ਼ੈਤਾਨ ਆਪਣਾ ਕੰਮ ਨਾ ਕਰ ਬੈਠੇ। ਆਮੀਨ। ਸੋ ਪ੍ਰਭੂ ਦੇ ਬਣੋ, ਇਹ ਤਾਂ ਆਪਾਂ 5ਵਾਂ ਪੁਆਇੰਟ ਦੇਖਿਆ ਵੀ ਜਦੋਂ ਇਨਸਾਨ ਬਹੁਤ ਹੀ ਜ਼ਿਆਦਾ ਥੱਕ ਜਾਂਦਾ ਹੈਗਾ। 6ਵੇਂ ਨੰਬਰ ਤੇ, ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਹੋ ਜਾਣ, ਤੁਹਾਡੇ ਜਿਹੜੇ ਅਸਾਈਨਮੈਂਟਸ ਨੇ ਤੁਸੀਂ ਉਹਨਾਂ ਨੂੰ ਕੁਇਟ ਕਰਨ ਦੀ ਕੋਸ਼ਿਸ਼ ਕਰੋ। ਤੁਹਾਡੇ ਜਿਹੜੇ ਬੁਲਾਵੇ ਨੇ ਤੁਸੀਂ ਉਹਨਾਂ ਨੂੰ ਕੁਇਟ ਕਰਨ ਦੀ ਕੋਸ਼ਿਸ਼ ਕਰੋ। ਮੈਂ ਨਹੀਂ ਹੁਣ ਜਾਣਾ ਚਰਚ, ਮੈਂ ਨਹੀਂ ਹੁਣ ਕੋਈ ਵਰਸ਼ਿਪ ਸੌਂਗ ਰਿਕਾਰਡ ਕਰਨੇ, ਮੈਂ ਨਹੀਂ ਹੁਣ ਬਾਈਬਲ ਪੜ੍ਹਨੀ, ਮੈਂ ਨਹੀਂ ਕੋਈ ਸਪੈਸ਼ਲ ਗੀਤ ਗਾਣੇ, ਮੈਂ ਨਹੀਂ ਪ੍ਰਭੂ ਦਾ ਵਚਨ ਕਿਸੇ ਨੂੰ ਦੱਸਣਾ, ਮੈਂ ਨਹੀਂ ਇਹ ਗੀਤ ਸੁਣਨੇ, ਮੈਂ ਨਹੀਂ ਆ ਕਰਨਾ। ਜਦੋਂ ਤੁਹਾਡੇ ਤੇ ਜਿਹੜਾ ਬੁਲਾਵਾ ਆ ਤੁਸੀਂ ਉਹਨੂੰ ਕੁਇਟ ਕਰ ਦਿੰਦੇ ਹੋ, ਨਹੀਂ ਮੇਰੇ ਤੋਂ ਨਹੀਂ ਹੋਣਾ ਹੁਣ, ਕਿਉਂਕਿ ਮੇਰਾ ਬਹੁਤ ਕੁਛ ਕਰਨ ਵਾਲਾ ਰਹਿੰਦਾ ਆ, ਮਾਫ਼ ਕਰਨਾ ਅੱਜ ਮੈਂ ਪ੍ਰਚਾਰ ਨਹੀਂ ਕਰ ਸਕਦਾ, ਮੈਂ ਅੱਜ ਇਹ ਨਹੀਂ ਕਰ ਸਕਦਾ। ਮੈਨੂੰ ਯਾਦ ਆਵੇ ਇੱਕ ਕਹਾਣੀ ਸੁਣਾਈ ਸੀਗੀ ਕਿਸੇ ਨੇ ਵੀ ਇੱਕ ਮਾਂ ਆਪਣੇ ਬੱਚੇ ਨੂੰ ਉਠਾਉਂਦੀ ਹੈਗੀ ਆ ਕਿ ਬੇਟਾ ਉੱਠ ਚਰਚ ਜਾਣਾ ਹੈ, ਚੱਲ ਉੱਠ ਚਰਚ ਜਾਣਾ ਹੈ। ਕਹਿੰਦਾ ਨਹੀਂ ਮੈਂ ਤਾਂ ਬਹੁਤ ਥੱਕਿਆ, ਮੈਂ ਨਹੀਂ ਜਾਣਾ। ਉਹ ਕਹਿੰਦੀ ਮੈਂ ਤੈਨੂੰ 2 ਰੀਜ਼ਨ ਦਿੰਦੀ ਹਾਂ ਤਾਂ ਕਿ ਤੈਨੂੰ ਜਾਣਾ ਪਏਗਾ। ਤੇ ਉਹ ਕਹਿੰਦਾ ਵੀ ਠੀਕ ਹੈ 2 ਰੀਜ਼ਨ ਦੇ। ਉਹ ਮਾਂ ਕਹਿੰਦੀ ਆ ਪਹਿਲੇ ਨੰਬਰ ਤੇ ਤੂੰ ਚਰਚ ਦਾ ਪਾਸਟਰ ਆ ਤੇ ਦੂਸਰੇ ਨੰਬਰ ਤੇ ਅੱਜ ਤੂੰ ਪ੍ਰਚਾਰ ਕਰ ਰਿਹਾ ਆ। ਸੋ ਪ੍ਰਭੂ ਦੇ ਬਣੋ, ਜਦੋਂ ਆਪਾਂ ਆਪਣੇ ਅਸਾਈਨਮੈਂਟਸ, ਆਪਣੀ ਕਾਲਿੰਗ, ਆਪਣੇ ਬੁਲਾਵੇ, ਜਿਹੜੀਆਂ ਚੀਜ਼ਾਂ ਤੇ ਪਰਮੇਸ਼ਰ ਨੇ ਆਪਾਂ ਨੂੰ ਬੁਲਾਇਆ ਹੋਇਆ ਆ, ਛੋਟੀਆਂ ਛੋਟੀਆਂ ਕਿਉਂ ਨਾ ਹੋਣ, ਉਹਦੇ ਸਾਹਮਣੇ ਆਪਣਾ ਹੱਥ ਖੜੇ ਕਰਦੇ ਉਹਨਾਂ ਨੂੰ ਕੁਇਟ ਕਰਨ ਦੀ ਕੋਸ਼ਿਸ਼ ਕਰਦੀਆਂ, ਹਾਂ ਉਦੋਂ ਸ਼ੈਤਾਨ ਦੇ ਕੰਨ ਦੁਆਰਾ ਫਿਰ ਖੜੇ ਹੋ ਜਾਂਦੇ ਨੇ ਕਿ ਪਰਮੇਸ਼ਰ ਦੇ ਬੁਲਾਵੇ ਨੂੰ ਇਹਨੇ ਕੁਇਟ ਕਰ ਦਿੱਤਾ।
ਪਰਮੇਸ਼ਵਰ ਦੇ ਕਹੇ ਹੋਏ ਕੰਮ ਨੂੰ ਇਹਨੇ ਨਾ ਕਰ ਦਿੱਤੀ ਵੀ ਮੈਂ ਨਹੀਂ ਕਰਨਾ। ਕਿਉਂ? ਕਿਉਂਕਿ ਮੈਂ ਇੱਧਰ ਬਿਜ਼ੀ ਹਾਂ, ਮੈਂ ਉੱਧਰ ਬਿਜ਼ੀ ਹਾਂ, ਮੈਂ ਆਹ ਕਰਨਾ, ਮੈਂ ਉਹ ਕਰਨਾ। ਯਾਨੀ ਕਿ ਦੁਨੀਆ ਦੀਆਂ ਚੀਜ਼ਾਂ ਨੇ, ਦੁਨੀਆ ਦੀ ਸਿਚੁਏਸ਼ਨਸ ਨੇ ਤੈਨੂੰ ਰੱਬੀ ਮਕਸਦ, ਉਹਦੀ ਕਾਲਿੰਗ ਨੂੰ ਕੁਇਟ ਕਰਵਾ ਦਿੱਤਾ। ਉਦੋਂ ਸ਼ੈਤਾਨ ਪ੍ਰਭੂ ਦੇ ਪੈਰੋਂ ਆਉਂਦਾ ਆ, ਕੋਸ਼ਿਸ਼ ਕਰਦਾ ਆ। ਤੁਹਾਨੂੰ ਯਾਦ ਹੋਏਗਾ ਕਿ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਦੋਂ ਇਹ ਬਦਰੂ ਇਨਸਾਨ ਚੋਂ ਨਿਕਲਦੀ ਆ, ਉਹ ਜਾ ਕੇ ਇਹ 6-7 ਹੋਰ ਬਦਰੂਆਂ ਨੂੰ ਲੱਭਦੀ ਆ, ਤੇ ਉਹ 7 ਬਦਰੂਆਂ ਨੂੰ ਲੱਭ ਕੇ ਫਿਰ ਆਉਂਦੀਆਂ ਆ ਕੇ 8 ਦੀਆਂ 8 ਉਹਦੇ 'ਚ ਵੜਨ ਦੀ ਕੋਸ਼ਿਸ਼ ਕਰਦੀਆਂ ਨੇ। ਸੋ ਜਾਣੀ ਕਿ ਆਪਾਂ ਦੇਖਿਆ ਵੀ ਸ਼ੈਤਾਨ ਜਦੋਂ ਇਨਸਾਨ ਚੋਂ ਨਿਕਲ ਜਾਂਦਾ ਆ, ਉਹ ਦੁਬਾਰਾ ਫਿਰ ਆ ਕੇ ਉਹਦੇ ਵਿੱਚ ਵੜਨ ਦੀ ਕੋਸ਼ਿਸ਼ ਕਰਦਾ, ਨਹੀਂ ਵੜ ਸਕਦਾ, ਤੇ ਫਿਰ ਉਹ ਜਾ ਕੇ ਹੋਰ 6-7 ਨੂੰ ਇਕੱਠੀਆਂ ਕਰਕੇ ਫਿਰ ਆ ਕੇ ਵੜਨ ਦੀ ਕੋਸ਼ਿਸ਼ ਕਰਦਾ। ਲੇਕਿਨ ਜੋ ਇਨਸਾਨ ਸਾਫ਼ ਸੁਥਰਾ ਆ, ਇਨਸਾਨ ਪਰਮੇਸ਼ਰ ਦੇ ਵਚਨ ਨਾਲ ਭਰਿਆ ਹੋਇਆ ਆ, ਉਹਦੀ ਹਜ਼ੂਰੀ ਦੇ ਨਾਲ ਭਰਿਆ ਹੋਇਆ ਆ, ਸ਼ੈਤਾਨ ਨੇ ਕੋਸ਼ਿਸ਼ ਕਰਦੇ ਰਹਿਣਾ, ਲੇਕਿਨ ਪ੍ਰਭੂ ਦੇ ਪੈਰੋਂ ਆਪਾਂ ਪਰਮੇਸ਼ਰ ਦੇ ਵਚਨਾਂ ਤੇ ਖੜੇ ਰਹਿਣਾ, ਉਹਦੀ ਵਰਸ਼ਿਪ 'ਚ ਖੜੇ ਰਹਿਣਾ, ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜੇ ਰਹਿਣਾ ਆ, ਤੇ ਅੱਗੇ ਵੱਧ ਜਾਣਾ ਆ, ਤਾਂ ਕਿ ਪਰਮੇਸ਼ਰ ਦੀ ਬਰਕਤ ਜਿਹੜੀ ਹੈਗੀ ਆ ਉਹ ਆਪਣੀਆਂ ਜ਼ਿੰਦਗੀਆਂ ਦੇ ਉੱਤੇ ਬਣੀ ਰਹੇ। ਮੈਂ ਇਹ ਤਾਂ ਸੀਗਾ ਪ੍ਰਭੂ ਦੇ ਪੈਰੋਂ ਆਪਣਾ 6ਵਾਂ ਪੁਆਇੰਟ ਜਿਹੜਾ ਆਪਾਂ ਦੇਖਿਆ। 7ਵੇਂ ਨੰਬਰ ਤੇ ਆਪਾਂ ਦੇਖਾਂਗੇ ਪ੍ਰਭੂ ਦੇ ਪੈਰੋਂ, ਜਦੋਂ ਇਨਸਾਨ ਹੌਲੀ ਹੌਲੀ ਪ੍ਰੇਅਰ ਕਰਨਾ ਬੰਦ ਕਰ ਦਿੰਦਾ, ਹੌਲੀ ਹੌਲੀ ਵਚਨ ਪੜ੍ਹਨਾ ਬੰਦ ਕਰ ਦਿੰਦਾ, ਹੌਲੀ ਹੌਲੀ ਚਰਚ ਜਾਣਾ ਬੰਦ ਕਰ ਦਿੰਦਾ, ਤੇ ਹੌਲੀ ਹੌਲੀ ਆਪਣੀਆਂ ਪੁਰਾਣੀਆਂ ਕਮਜ਼ੋਰੀਆਂ ਦੇ ਵਿੱਚ ਜਾਣ ਲੱਗ ਜਾਂਦਾ ਆ। ਜਾਣੀ ਕਿ ਪੁਰਾਣੀਆਂ ਬੌਂਡੇਜਸ, ਪੁਰਾਣੇ ਬੰਧਨਾਂ ਦੇ ਵਿੱਚ, ਜਿਸ ਬੰਧਨਾਂ 'ਚ ਫਸੇ ਸੀ, ਜਿਸ ਬੰਧਨਾਂ 'ਚੋਂ ਪਰਮੇਸ਼ਰ ਨੇ ਆਪਾਂ ਨੂੰ ਆਜ਼ਾਦ ਕਰ ਦਿੱਤਾ ਸੀ, ਦੁਬਾਰਾ ਫੇਰ ਇਨਸਾਨ ਉਹਨਾਂ ਚੀਜ਼ਾਂ 'ਚ ਜਾਣ ਲੱਗ ਜਾਂਦਾ ਆ। ਜਦੋਂ ਹੌਲੀ ਹੌਲੀ ਦੁਬਾਰਾ ਫੇਰ, ਪਹਿਲਾਂ ਪਰਮੇਸ਼ਰ ਨੇ ਤੈਨੂੰ ਆਜ਼ਾਦ ਕੀਤਾ ਉਹਨਾਂ ਤੋਂ, ਲੇਕਿਨ ਹੁਣ ਤੂੰ ਆਖਦਾ ਚਲੋ ਕੋਈ ਗੱਲ ਨਹੀਂ, ਘੁੱਟ ਕਲਾਣ ਦੇ ਨਾਲ ਕੁਝ ਨਹੀਂ ਹੋਣ ਲੱਗਿਆ, ਮੈਂ ਤਾਂ ਹੁਣ ਆਜ਼ਾਦ ਹਾਂ, ਪ੍ਰਭੂ ਨੇ ਮੈਨੂੰ ਆਜ਼ਾਦ ਕੀਤਾ, ਪਾਰਟੀ ਤੇ ਆਏ ਹੈਗਾ, ਇੰਜੋਏ ਕਰੀਏ, ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਹੌਲੀ ਹੌਲੀ ਥੋੜ੍ਹੀ ਜਿਹੀ ਇੱਥੇ ਵੀ ਛੱਡਤੀ, ਥੋੜ੍ਹੀ ਜਿਹੀ ਉੱਥੇ ਵੀ ਛੱਡਤਾ, ਥੋੜ੍ਹਾ ਜਿਹਾ ਥਾਂ ਇੱਥੇ ਛੱਡਤਾ, ਥੋੜ੍ਹਾ ਜਿਹਾ ਉੱਥੇ ਛੱਡਤਾ, ਤੇ ਹੌਲੀ ਹੌਲੀ ਕਰਕੇ ਦੁਬਾਰਾ ਫੇਰ ਉਹਨਾਂ ਬੌਂਡੇਜਸ ਦੇ ਵਿੱਚ, ਦੁਬਾਰਾ ਫੇਰ ਉਹਨਾਂ ਹੀ ਪਾਪਾਂ ਦੇ ਵਿੱਚ, ਜਿਸ ਪਾਪਾਂ ਤੋਂ ਪਰਮੇਸ਼ਰ ਨੇ ਆਪਾਂ ਨੂੰ ਇੱਕ ਦਿਨ ਕੱਢਿਆ ਆ, ਦੁਬਾਰਾ ਫੇਰ ਜਦੋਂ ਬੰਦਾ ਉਹਦੇ ਜਾਣ ਲੱਗ ਜਾਂਦਾ, ਉਦੋਂ ਦੁਬਾਰਾ ਫੇਰ ਸ਼ੈਤਾਨ ਦੇ ਕੰਨ ਖੜੇ ਹੋ ਜਾਂਦੇ ਨੇ, ਤੇ ਸ਼ੈਤਾਨ ਕੋਸ਼ਿਸ਼ ਕਰਦਾ, ਕਹਿੰਦਾ ਇਹ ਦੇ ਨਾ, ਅੱਜ ਕਰਦਾ ਇਹਨੂੰ ਮੈਂ ਠੀਕ, ਫੇਰ ਆਉਂਦਾ ਆ ਤੇ ਆ ਕੇ ਉਹਨੂੰ ਟੈਂਪਟੇਸ਼ਨ ਪਾਉਣ ਦੀ ਕੋਸ਼ਿਸ਼ ਕਰਦਾ ਆ। ਲੇਕਿਨ ਜੇ ਉਹ ਇਨਸਾਨ ਪਰਮੇਸ਼ਰ ਦੀ ਹਜ਼ੂਰੀ ਨੂੰ ਫੜ ਲਵੇ, ਪ੍ਰਭੂ ਦੇ ਵਿੱਚ ਬਣਿਆ ਰਹੇ, ਜੋ ਪੁਰਾਣੀਆਂ ਬੌਂਡੇਜਸ ਵਿੱਚ ਨਾ ਜਾਵੇ, ਪੁਰਾਣੀਆਂ ਕਮਜ਼ੋਰੀਆਂ ਵਿੱਚ ਨਾ ਜਾਵੇ, ਤੇ ਪ੍ਰਭੂ ਦੇ ਪੈਰੋਂ ਆਪਾਂ ਸ਼ੈਤਾਨ ਨੂੰ ਮੌਕਾ ਨਹੀਂ ਦੇਵਾਂਗੇ ਤਾਂ ਕਿ ਉਹ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰ ਸਕੇ। ਆਮੇਨ। ਕਿਸੇ ਵੀ ਹਾਲਤ ਵਿੱਚ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ, ਕਿਉਂਕਿ ਜਿੱਦਣ ਤੁਸੀਂ ਉਹਨੂੰ ਮੌਕਾ ਦਿੱਤਾ, ਉਹਨੇ ਤੁਹਾਨੂੰ ਮੌਕਾ ਨਹੀਂ ਦੇਣਾ। ਪ੍ਰਭੂ ਦੇ ਹਜ਼ੂਰੀ ਦੇ ਵਿੱਚ ਬਣੇ ਰਹੀਏ ਤੇ ਸ਼ੈਤਾਨ ਨੂੰ ਮੌਕਾ ਨਾ ਦੇਈਏ। ਆਮੇਨ। ਸੋ ਪ੍ਰਭੂ ਦੇ ਪੈਰੋਂ ਇਹ 7ਵਾਂ ਤਰੀਕਾ ਸੀਗਾ, ਜਦੋਂ ਸ਼ੈਤਾਨ ਆ ਕੇ ਆਪਾਂ ਨੂੰ ਅਜ਼ਮਾਇਸ਼ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈਗਾ। 8ਵੇਂ ਨੰਬਰ ਤੇ ਪ੍ਰਭੂ ਦੇ ਪੈਰੋਂ ਦੇਖਾਂਗੇ ਆਪਾਂ, ਇੱਕ ਦਿਨ ਪਰਮੇਸ਼ਰ ਦਾ ਬੁਲਾਵਾ ਤੁਹਾਡੇ ਉੱਤੇ ਬਹੁਤ ਕਲੀਅਰ ਸੀਗਾ, ਤੁਹਾਨੂੰ ਪਤਾ ਸੀ ਕਿ ਤੁਸੀਂ ਚੁਣੇ ਹੋਏ ਹੋ, ਤੁਹਾਨੂੰ ਪਤਾ ਹੈ ਕਿ ਪ੍ਰਭੂ ਨੇ ਤੁਹਾਨੂੰ ਬੁਲਾਏ ਹੋਏ ਆ, ਤੁਹਾਡੇ ਤੇ ਕਾਲਿੰਗ ਹੈ ਪਰਮੇਸ਼ਰ ਦਾ ਨਾਮ ਪ੍ਰਚਾਰ ਕਰਨ ਦੀ, ਪਰਮੇਸ਼ਰ ਦਾ ਵਚਨ ਦੂਜੇ ਤੱਕ ਪਹੁੰਚਾਉਣ ਦੀ, ਪ੍ਰਭੂ ਦੇ ਵਿੱਚ ਦੁਆਵਾਂ ਕਰਨ ਦੀ, ਵਰਸ਼ਿਪ ਕਰਨ ਦੀ। ਲੇਕਿਨ ਜਿੱਦਣ ਉਹ ਕਾਲਿੰਗ ਜਿਹੜੀ ਹੈਗੀ ਆ ਤੁਹਾਡੇ ਵਾਸਤੇ ਕਲੀਅਰ ਨਹੀਂ ਰਹਿੰਦੀ, ਪਹਿਲਾਂ ਤਾਂ ਆਪਣੀ ਕਾਲਿੰਗ ਸੀ ਕਿ ਹਾਂ ਅਸੀਂ ਵਰਸ਼ਿਪ ਕਰਨੀ ਆ, ਅਸੀਂ ਵਰਸ਼ਿਪ ਲੀਡਰ ਬਣਨਾ ਆ, ਅਸੀਂ ਇੰਟਰਸੈਸ਼ਨ ਲੀਡਰ ਬਣਨਾ ਆ, ਅਸੀਂ ਟੀਚਰ ਬਣਾਂਗੇ, ਪ੍ਰਚਾਰਕ ਬਣਾਂਗੇ, ਅਸੀਂ ਭਵਿੱਖਬਾਣੀਆਂ ਕਰਾਂਗੇ, ਅਸੀਂ ਆਹ ਕਰਾਂਗੇ, ਪ੍ਰਭੂ ਦੇ ਵਾਸਤੇ ਉਹ ਕਰਾਂਗੇ। ਲੇਕਿਨ ਹੁਣ ਵੱਖਰੀ ਚੀਜ਼ਾਂ ਨੂੰ ਦੇਖ ਕੇ, ਸ਼ਾਇਦ ਜ਼ਿਆਦਾ ਪੜ੍ਹ ਲਿਖ ਕੇ ਜਾਂ ਸ਼ਾਇਦ ਜ਼ਿਆਦਾ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ ਦੇਖ ਕੇ ਤੁਸੀਂ ਕਹਿੰਦੇ ਹੋ ਚਲੋ ਮੈਂ ਵੀ ਆਹ ਕਰ ਲਾਂ, ਮੈਂ ਵੀ ਟੈਕਨੀਕਲ ਚੀਜ਼ਾਂ ਵਿੱਚ ਚਲਾ ਜਾਵਾਂ, ਮੈਂ ਵੀ ਡਾਕਟਰੀ ਕਰ ਲਾਂ, ਮੈਂ ਵੀ ਇੰਜੀਨੀਅਰ ਬਣ ਜਾ। ਇਹ ਕਰ ਸਕਦੇ ਹਾਂ ਇਹ ਚੀਜ਼ਾਂ, ਲੇਕਿਨ ਪਰਮੇਸ਼ਰ ਦੀ ਕਾਲਿੰਗ ਨੂੰ ਕਲੀਅਰ ਰੱਖਣਾ ਹੈ, ਯਾਦ ਰੱਖਣਾ ਹੈ ਕਿ ਆਪਣਾ ਇਸ ਦੁਨੀਆ ਤੇ ਜਿਹੜਾ ਮਕਸਦ ਹੈ, ਪ੍ਰਭੂ ਬਣੋ, ਡਾਕਟਰ ਬਣਨਾ ਮਕਸਦ ਨਹੀਂਗਾ, ਇੰਜੀਨੀਅਰ ਬਣਨਾ ਮਕਸਦ ਨਹੀਂਗਾ, ਵਕੀਲ ਬਣਨਾ ਮਕਸਦ ਨਹੀਂਗਾ। ਹਾਂ ਇਹ ਕੰਮ ਕਰ ਸਕਦੇ ਹਾਂ ਜ਼ਰੂਰ ਆਪਾਂ, ਲੇਕਿਨ ਆਪਣਾ ਜਿਹੜਾ ਸਭ ਤੋਂ ਇੰਪੋਰਟੈਂਟ ਮਕਸਦ ਆ ਉਹ ਹੈ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ। तेरी इच्छा पूरी हो जाए, हाथों में तेरे जीवन है ये, ਇੱਛਾ ਪੂਰੀ ਕਰਨੀ ਆ ਪ੍ਰਭੂ ਦੇ ਪੈਰੋਂ, ਇਹ ਪਰਮੇਸ਼ਰ ਦਾ ਵਚਨ। ਸੋ ਅੱਜ ਆਪਾਂ ਇਹ 8 ਤਰੀਕੇ ਦੇਖੇ ਨੇ, ਜਿਹੜੇ 8 ਤਰੀਕਿਆਂ ਦੇ ਥਾਈਂ ਦੀ ਸ਼ੈਤਾਨ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਆ ਕੇ ਅਜ਼ਮਾਇਸ਼ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ, ਟੈਂਪਟੇਸ਼ਨ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ, ਸਾਨੂੰ ਸਿੱਟਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਚੱਲਦੇ ਨੇ ਪ੍ਰਭੂ ਦੇ ਪੈਰੋਂ ਆਪਾਂ 3
ਚਾਬੀਆਂ ਦੇਖਾਂਗੇ, 3 ਤਰੀਕੇ ਦੇਖਾਂਗੇ ਜਿਨ੍ਹਾਂ ਤਰੀਕਿਆਂ ਦੇ ਨਾਲ ਆਪਾਂ ਇਹਨਾਂ 8 ਦੇ 8 ਤਰੀਕਿਆਂ ਨੂੰ ਸ਼ੈਤਾਨ ਦੇ ਰੇ ਫੇਲ ਕਰ ਸਕਦੇ ਹਾਂ। ਪਹਿਲੇ ਨੰਬਰ ਤੇ ਸੰਤ ਲੂਕਾ ਦੀ ਕਿਤਾਬ ਉਹਦਾ 9ਵਾਂ ਚੈਪਟਰ ਪੜਾਂਗੇ ਤੇ ਉਹਦਾ ਪਹਿਲਾ ਵਰਸ ਆਪਾਂ ਪੜਾਂਗੇ। ਸੰਤ ਲੂਕ ਚੈਪਟਰ 9 ਵਰਸ 1। ਆਮੀਨ। ਸਭ ਤੋਂ ਪਹਿਲਾਂ ਜਿਹੜੀ ਚਾਬੀ ਕਿਹੜੀ ਆ? ਸਭ ਤੋਂ ਪਹਿਲੀ ਚਾਬੀ ਜਿਹੜੀ ਹੈਗੀ ਆ ਉਹ ਹੈ ਫਰੀडम, ਆਜ਼ਾਦੀ। ਜਿਹੜੀ ਆਜ਼ਾਦੀ ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਆਪਣੇ ਨਾਮ ਦੇ ਵਿੱਚ ਦਿੱਤੀ ਆ, ਉਸ ਆਜ਼ਾਦੀ ਨੂੰ ਕਾਇਮ ਰੱਖਣਾ, ਉਸ ਆਜ਼ਾਦੀ ਵਿੱਚ ਬਣੇ ਰਹਿਣਾ। ਪੜਾਂਗੇ ਪਰਮੇਸ਼ਰ ਦਾ ਵਚਨ। ਜੀ ਹਾਂ, ਲੂਕ ਚੈਪਟਰ 9 ਵਰਸ 1। ਯਿਸੂ ਨੇ 12 ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ। ਉਹਨਾਂ ਨੇ ਚੇਲਿਆਂ ਨੂੰ ਭੂਤਾਂ ਨੂੰ ਕੱਢਣ ਅਤੇ ਬਿਮਾਰਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ। ਦੇਖਿਆ ਤੁਸੀਂ? ਚੇਲਿਆਂ ਨੂੰ ਆਪਣੇ ਕੋਲੇ ਸੱਦਿਆ। ਜਦੋਂ ਚੇਲਿਆਂ ਨੂੰ ਆਪਣੇ ਕੋਲੇ ਸੱਦਿਆ, ਫਿਰ ਉਹਨਾਂ ਨੂੰ ਅਧਿਕਾਰ ਦਿੱਤਾ ਕਿ ਤੁਸੀਂ ਮੇਰੇ ਅਧਿਕਾਰ ਦੇ ਨਾਲ, ਮੇਰੀ ਰੂਹ ਦੇ ਨਾਲ ਬਦਰੂਆਂ ਨੂੰ ਕੱਢ ਸਕਦੇ ਆ। ਲੇਕਿਨ ਜਦੋਂ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਆਪਣੇ ਕੋਲੇ ਸੱਦਿਆ, ਹੁਣ ਜੇ ਚੇਲੇ ਪ੍ਰਭੂ ਕੋਲੇ ਆਏ ਨਾ, ਯਾਨੀ ਕਿ ਜੇ ਆਪਾਂ ਪ੍ਰਭੂ ਕੋਲੇ ਆਈਏ ਹੀ ਨਾ, ਜੇ ਆਪਾਂ ਪਰਮੇਸ਼ਰ ਦੇ ਹਜ਼ੂਰੀ 'ਚ ਬੈਠੇ ਹੀ ਨਾ, ਜੇ ਆਪਾਂ ਪਰਮੇਸ਼ਰ ਨਾਲ ਗੱਲਬਾਤ ਕਰੀਏ ਨਾ, ਜੇ ਆਪਾਂ ਪਰਮੇਸ਼ਰ ਦੇ ਨਾਲ ਰਿਸ਼ਤਾ ਕਾਇਮ ਰੱਖੀਏ ਹੀ ਨਾ, ਜੇ ਉਹਦੇ ਨੇੜੇ ਨੂੰ ਆਈਏ ਹੀ ਨਾ, ਤਾਂ ਪ੍ਰਭੂ ਤੇ ਪਹਿਲਾਂ ਕੀ ਇਹ ਅਧਿਕਾਰ, ਇਹ ਅਥਾਰਟੀ ਆਪਣੇ ਜੀਵਨ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਪੂਰੀ ਹੋਵੇਗੀ? ਕੀ ਆਪਾਂ ਬਦਰੂਆਂ ਨੂੰ ਰਿਵਿਊ ਕਰ ਸਕਾਂਗੇ? ਤਾਂ ਹੀ ਜ਼ਰੂਰੀ ਆ ਪਰਮੇਸ਼ਰ ਦੇ ਨਜ਼ਦੀਕ ਆਉਣਾ। ਹਰ ਦਿਨ ਪਰਮੇਸ਼ਰ ਦੇ ਥੋੜ੍ਹਾ ਜਿਹਾ ਹੋਰ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ, ਪਵਿੱਤਰ ਆਤਮਾ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ, ਉਹਦੀ ਹਜ਼ੂਰੀ ਦੇ ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਜਦੋਂ ਪ੍ਰਭੂ ਦੇ ਨਜ਼ਦੀਕ ਆਉਂਦੇ ਹੋ, ਆਪਾਂ ਨੂੰ ਅਧਿਕਾਰ ਮਿਲਦਾ ਆ। ਆਮੀਨ। ਇਹ ਅਧਿਕਾਰ ਪਵਿੱਤਰ ਪਰਮੇਸ਼ਰ ਦਾ ਵਚਨ ਆਪਾਂ ਨੂੰ ਦਿੰਦਾ ਆ। ਸੋ ਪਹਿਲੇ ਨੰਬਰ ਤੇ ਪ੍ਰਾਪਤ ਪੜੋ, ਇਹ ਫਰੀडम, ਇਹ ਆਜ਼ਾਦੀ ਜਿਹੜੀ ਪਰਮੇਸ਼ਰ ਨੇ ਦਿੱਤੀ ਆ, ਇਹ ਬਰਕਰਾਰ ਰਹਿੰਦੀ ਆ। ਲੇਕਿਨ ਪਹਿਲੇ ਨੰਬਰ ਤੇ ਆਪਾਂ ਪਰਮੇਸ਼ਰ ਦੇ ਕਰੀਬ ਆਉਣ ਦੀ ਕੋਸ਼ਿਸ਼ ਕਰੀਏ, ਪਰਮੇਸ਼ਰ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰੀਏ, ਨਜ਼ਦੀਕ ਆਉਣ ਦੀ ਕੋਸ਼ਿਸ਼ ਕਰੀਏ, ਫਿਰ ਆਪਾਂ ਨੂੰ ਅਧਿਕਾਰ ਮਿਲਦਾ ਹੈ। ਆਮੀਨ। ਇਹ 8 ਦੇ 8 ਤਰੀਕੇ ਜਿਹੜੇ ਸ਼ੈਤਾਨ ਇਸਤੇਮਾਲ ਕਰਦਾ ਆ, ਇਹਨੂੰ ਡਿਸਟਰੋਏ ਕਰਨ ਦੇ ਵਾਸਤੇ ਆਪਾਂ ਨੂੰ ਹਰ ਦਿਨ ਪ੍ਰਭੂ ਯਿਸੂ ਮਸੀਹ ਦੇ ਨੇੜੇ ਜਾਣਾ ਚਾਹੀਦਾ, ਪ੍ਰਭੂ ਯਿਸੂ ਮਸੀਹ ਜੀ ਦੀ ਹਜ਼ੂਰੀ ਦੇ ਵਿੱਚ ਬਣਾ ਚਾਹੀਦਾ ਹੈ। ਪਰਮੇਸ਼ਰ ਦਾ ਵਚਨ ਆਪਾਂ ਨੂੰ ਇਹ ਸਿਖਾਉਂਦਾ ਹੈਗਾ ਪ੍ਰਾਪਤ ਕਰਨਾ। ਆਮੀਨ। ਆਓ ਦੇਖਾਂਗੇ ਆਪਾਂ ਇਬਰਾਨੀਆਂ ਦਾ 11ਵਾਂ ਚੈਪਟਰ ਤੇ ਉਹਦਾ 6ਵਾਂ ਵਰਸ ਦੇਖਾਂਗੇ। ਜਦੋਂ ਤੁਸੀਂ ਨੇੜੇ ਆ ਜਾਂਦੇ ਹੋ ਪ੍ਰਭੂ ਦੇ ਨਾ, ਜਦੋਂ ਤੁਸੀਂ ਨਜ਼ਦੀਕ ਆ ਜਾਂਦੇ ਹੋ, ਨਜ਼ਦੀਕ ਆਉਣ ਦੇ ਨਾਲ 3 ਤਰੀਕਿਆਂ ਦੇ ਨਾਲ ਤੁਸੀਂ ਸ਼ੈਤਾਨ ਨੂੰ ਡਿਸਟਰੋਏ ਕਰ ਸਕਦੇ ਹੋ। ਪਹਿਲੇ ਨੰਬਰ ਤੇ ਬਾਈ ਫੇਥ ਉਹਨਾਂ ਨੂੰ ਡਿਸਟਰੋਏ ਕਰ ਸਕਦੇ ਹੋ। ਈਮਾਨ ਦੇ ਨਾਲ ਸ਼ੈਤਾਨ ਨੂੰ ਡਿਸਟਰੋਏ ਕਰ ਸਕਦੇ ਹੋ। ਬਾਈ ਫੇਥ ਮਤਲਬ ਤੁਸੀਂ ਜੋ ਕਹਿਤਾ ਮੂੰਹ ਚੋਂ ਹੋ ਗਿਆ। ਤੁਸੀਂ ਬਾਈ ਫੇਥ ਸ਼ੈਤਾਨ ਨੂੰ ਰੱਦ ਸੱਦ ਕਰ ਸਕਦੇ ਹੋ, ਡਿਸਟਰੋਏ ਕਰ ਸਕਦੇ ਹੋ, ਰਿਬਿਊਕ ਕਰ ਸਕਦੇ ਹੋ। ਲੇਕਿਨ ਉਹ ਬਾਈ ਫੇਥ ਕਹਿਣ ਦੇ ਨਾਲ ਹੋਣਾ ਨਹੀਂ ਜੇ ਤੁਸੀਂ ਪਹਿਲਾਂ ਪ੍ਰਭੂ ਦੇ ਨੇੜੇ ਨਾ ਆਏ ਹੋਏ, ਆ ਕੇ ਉਹਦੀ ਹਜ਼ੂਰੀ 'ਚ ਬੈਠੇ ਨਾ ਹੋਏ। ਪੜਾਂਗੇ, ਆਓ ਦੇਖੀਏ ਇਬਰਾਨੀਆਂ ਦਾ 11ਵਾਂ ਚੈਪਟਰ ਤੇ ਉਹਦਾ 6ਵਾਂ ਵਰਸ ਦੇਖਾਂਗੇ। ਜੀ ਹਾਂ, ਵਿਸ਼ਵਾਸ ਤੋਂ ਬਿਨਾਂ ਕੋਈ ਮਨੁੱਖ ਵੀ ਪਰਮੇਸ਼ਰ ਨੂੰ ਪ੍ਰਸੰਨ ਨਹੀਂ ਕਰ ਸਕਦਾ, ਕਿਉਂਕਿ ਜੋ ਕੋਈ ਵੀ ਪਰਮੇਸ਼ਰ ਕੋਲ ਆਉਂਦਾ ਹੈ ਉਸ ਲਈ ਜ਼ਰੂਰੀ ਹੈ ਕਿ ਉਹ ਵਿਸ਼ਵਾਸ ਕਰੇ ਕਿ ਪਰਮੇਸ਼ਰ ਹੈ ਅਤੇ ਆਪਣੇ ਖੋਜਣ ਵਾਲਿਆਂ ਨੂੰ ਫਲ ਦਿੰਦਾ ਹੈ। ਜੋ ਕੋਈ ਵੀ ਪ੍ਰਭੂ ਦੇ ਨੇੜੇ ਆਂਦਾ ਹੈ, ਜਾਨੀ ਕਿ ਜਿਹੜਾ ਵੀ ਪਰਮੇਸ਼ਰ ਦੀ ਹਜ਼ੂਰੀ 'ਚ ਬਹਿੰਦਾ ਹੈ, ਜੋ ਵੀ ਪਰਮੇਸ਼ਰ ਦੀ ਹਜ਼ੂਰੀ ਦੇ ਕਰੀਬ ਆਂਦਾ ਆ, ਉਹੀ ਇਮਾਨ ਦੇ ਨਾਲ ਬਾਈ ਫੇਥ ਸ਼ੈਤਾਨ ਨੂੰ ਡਿਸਟਰੋਏ ਕਰ ਸਕਦਾ ਹੈ। ਜੇ ਤੁਸੀਂ ਪ੍ਰਭੂ ਦੀ ਹਜ਼ੂਰੀ 'ਚ ਬਹਿੰਦੇ ਨਹੀਂਗੇ, ਜੇ ਤੁਸੀਂ ਪਰਮੇਸ਼ਰ ਦੇ ਨਜ਼ਦੀਕ ਆਉਂਦੇ ਨਹੀਂ, ਕਰੀਬ ਆਉਂਦੇ ਨਹੀਂਗੇ, ਤਾਂ ਤੁਹਾਡੀ ਫੇਥ ਚੱਲਣੀ ਨਹੀਂ, ਬਲਕਿ ਉਹ ਤੋਂ ਮੂੰਹ ਖੋਲ੍ਹਿਆ ਨਹੀਂ ਜਾਣਾ, ਤੋਂ ਹੁਕਮ ਹੀ ਨਹੀਂ ਦਿੱਤਾ ਜਾਣਾ ਸ਼ੈਤਾਨ ਯਿਸੂ ਨਾਮ ਦੇ ਵਿੱਚ ਛੱਡ ਦੇ ਮੇਰੇ ਪਰਿਵਾਰ ਨੂੰ। ਲੇਕਿਨ ਜੇ ਤੁਸੀਂ ਪ੍ਰਭੂ ਦੀ ਹਜ਼ੂਰੀ ਵਿੱਚ ਬਣੇ ਹੋ, ਉਹਦੇ ਨੇੜੇ ਆਉਂਦੇ ਹੋ, ਆਪੇ ਹੀ ਪਵਿੱਤਰ ਆਤਮਾ ਤੁਹਾਡੇ ਮੂੰਹ ਥਾਈਂਦੀ, ਤੁਹਾਡੇ ਮੂੰਹ ਦੇ ਵਿੱਚ ਬਾਈ ਫੇਥ ਵਚਨ ਆਉਣਗੇ ਤੇ ਤੁਸੀਂ ਉਹ ਫੇਥ ਦੇ ਨਾਲ ਸ਼ੈਤਾਨ ਦੀਆਂ ਸਾਰੀਆਂ ਧੱਜੀਆਂ ਉਡਾ ਸਕਦੇ ਹੋ। ਦੂਸਰੇ ਨੰਬਰ ਤੇ ਐਫਸੀਆਂ ਦਾ 6ਵਾਂ ਚੈਪਟਰ ਆਪਾਂ ਪੜ੍ਹ ਕੇ ਗਏ ਹਾਂ। ਐਫਸੀਆਂ ਦਾ 6ਵਾਂ ਚੈਪਟਰ ਤੇ 18ਵਾਂ ਤੇ 19ਵਾਂ ਵਰਸ ਪੜਾਂਗੇ ਆਪਾਂ। ਜੀ ਪੰਜਾਬੀ ਦੇ ਵਿੱਚ ਦੇਖਾਂਗੇ ਇਫੀਸ਼ੀਅਨ ਚੈਪਟਰ 6 ਵਰਸ 18 ਤੇ 19ਵਾਂ। ਜਾਣੀ ਕਿ ਪ੍ਰਾਪਤ ਦੇ ਪੜੋ, ਪਹਿਲੇ ਨੰਬਰ ਤੇ ਬਾਈ ਫੇਥ, ਦੂਜੇ ਨੰਬਰ ਤੇ ਬਾਈ ਪ੍ਰੇਅਰ। ਦੁਆ ਦੇ ਜ਼ਰੀਏ, ਦੁਆਵਾਂ ਦੇ ਜ਼ਰੀਏ ਆਪਾਂ ਸ਼ੈਤਾਨ ਦੇ ਸਾਰੇ ਹਮਲਿਆਂ ਨੂੰ ਡਿਸਟਰੋਏ ਕਰ ਸਕਦੇ ਹਾਂ। ਪੜਾਂਗੇ। ਜੀ ਹਾਂ, ਇਸ ਸਭ ਦੇ ਨਾਲ ਹਰ ਵੇਲੇ ਆਤਮਾ ਦੇ ਰਾਹੀਂ ਪ੍ਰਾਰਥਨਾ ਕਰਦੇ ਰਹੋ ਅਤੇ ਪਰਮੇਸ਼ਰ ਤੋਂ ਮਦਦ ਮੰਗਦੇ ਰਹੋ। ਪਰਮੇਸ਼ਰ ਦੇ ਲੋਕਾਂ ਲਈ ਵੀ ਦਿਨ ਰਾਤ ਪ੍ਰਾਰਥਨਾ ਕਰਦੇ ਰਹੋ।
ਮੇਰੇ ਲਈ ਵੀ ਪ੍ਰਾਰਥਨਾ ਕਰੋ ਕਿ ਬੋਲਦੇ ਸਮੇਂ ਪਰਮੇਸ਼ਰ ਮੈਨੂੰ ਇਹੋ ਜਿਹੇ ਸ਼ਬਦ ਦੇਵੇ ਜਿਨ੍ਹਾਂ ਰਾਹੀਂ ਮੈਂ ਦਲੇਰੀ ਦੇ ਨਾਲ ਸ਼ੁਭ ਸਮਾਚਾਰ ਦੇ ਗੁਪਤ ਭੇਤ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰ ਸਕਾਂ। ਹਾਲੇਲੂਇਆ, ਆਮੇਨ। ਪਰਮੇਸ਼ਰ ਦਾ ਬਚਨ ਆਪਾਂ ਨੂੰ ਦੱਸਦਾ ਹੈ ਪ੍ਰਭੂ ਦੇ ਬੇਟਾਓ ਦੁਆਵਾਂ ਦੇ ਜ਼ਰੀਏ, ਆਮੇਨ। ਦੁਆਵਾਂ ਦੇ ਜ਼ਰੀਏ ਤੁਸੀਂ ਮਹਿਸੂਸ ਕਰਦੇ ਹੋ ਸ਼ੈਤਾਨ ਹਮਲਾ ਕਰ ਰਿਹਾ ਤੁਹਾਡੇ ਪਰਿਵਾਰ ਤੇ, ਇੱਕਦਮ ਗੋਡੀਆਂ ਲਾ ਲਈਏ, ਪਰਮੇਸ਼ਰ ਨੂੰ ਦੁਆ ਦੇ ਜ਼ਰੀਏ ਪਰਮੇਸ਼ਰ ਦੇ ਸਾਹਮਣੇ ਦੁਆ ਕਰੀਏ ਤੇ ਪਰਮੇਸ਼ਰ ਨੂੰ ਕਹੀਏ ਕਿ ਪ੍ਰਭੂ ਜੀ ਇਸ ਸਿਚੁਏਸ਼ਨ ਨੂੰ ਮੈਂ ਤੁਹਾਡੇ ਹੱਥਾਂ 'ਚ ਦਿੰਦਾ, ਮੈਂ ਤੁਹਾਡੇ ਹਜ਼ੂਰ ਦਿੰਦਾ ਆ, ਪਰਮੇਸ਼ਰ ਪਿਤਾ ਮੈਨੂੰ ਗਾਈਡ ਕਰ, ਮੈਨੂੰ ਲੀਡ ਕਰ। ਫਿਰ ਪਰਮੇਸ਼ਰ ਦੀ ਡਿਸਰਨਮੈਂਟ ਤੁਹਾਨੂੰ ਆਏਗੀ, ਦਲੇਰੀ ਆਏਗੀ ਤੇ ਉਸ ਦਲੇਰੀ ਨੂੰ ਲੈ ਕੇ ਤੁਸੀਂ ਬਾਈ ਫੇਥ ਸ਼ੈਤਾਨ ਨੂੰ ਡਿਸਟਰੋਏ ਕਰਨਾ ਆ, ਹੁਕਮ ਦੇਣਾ ਆ ਕਿ ਤੁਹਾਡੇ ਬੱਚਿਆਂ ਨੂੰ ਛੱਡ ਦੇਵੇ, ਤੁਹਾਡੇ ਪਰਿਵਾਰ ਨੂੰ ਛੱਡ ਦੇਵੇ, ਤੁਹਾਡੇ ਫਾਈਨੈਂਸਿਸ ਨੂੰ ਛੱਡ ਦੇਵੇ, ਤੁਹਾਡੇ ਸਰੀਰ ਨੂੰ ਛੱਡ ਦੇ, ਦਰਦ ਨਿਕਲ ਜੇ, ਡਿਸਟਰੋਏ ਕਰਨਾ ਆ ਯਿਸੂ ਨਾਮ ਦੇ ਵਿੱਚ, ਆਮੇਨ। ਪ੍ਰੇ ਕਰਨੀ ਆ, ਪ੍ਰੇਅਰ ਥਾਈ ਦਲੇਰੀ ਆਏਗੀ, ਉਹ ਦਲੇਰੀ ਜਦੋਂ ਆ ਗਈ ਉਦੋਂ ਖੜੇ ਹੋ ਜਾਣਾ, ਫਿਰ ਆਪਣੇ ਕੰਨ ਖੜੇ ਕਰ ਲੈਣੇ ਨੇ ਆਪਾਂ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸ਼ੈਤਾਨ ਨੂੰ ਡਿਸਟਰੋਏ ਕਰਨਾ ਹੈ, ਆਮੇਨ। ਤੀਸਰੇ ਨੰਬਰ ਤੇ ਬਰਾਬਰ ਤੇ ਬਣਾਓ, ਸ਼ੈਤਾਨ ਨੂੰ ਆਪਾਂ ਰੈਜ਼ਿਸਟ ਕਰਦੇ ਹੋਏ ਡਿਸਟਰੋਏ ਕਰਾਂਗੇ। ਪੜਾਂਗੇ ਜੇਮਸ ਚੈਪਟਰ 4 ਵਰਸ 7, ਜੇਮਸ ਚੈਪਟਰ 4 ਵਰਸ 7। ਸੋ ਪਹਿਲੇ ਨੰਬਰ ਤੇ ਉਹਨੂੰ ਡਿਸਟਰੋਏ ਕਰਨ ਵਾਸਤੇ ਬਾਈ ਫੇਥ, ਦੂਸਰੇ ਨੰਬਰ ਤੇ ਉਹਨੂੰ ਡਿਸਟਰੋਏ ਕਰਨ ਵਾਸਤੇ ਬੋਲਡਨੈਸ ਦੇ ਨਾਲ ਬਾਈ ਪ੍ਰੇਅਰਸ, ਤੀਸਰੇ ਨੰਬਰ ਤੇ ਉਹਨੂੰ ਡਿਸਟਰੋਏ ਕਰਨ ਵਾਸਤੇ ਬਾਈ ਰੈਜ਼ਿਸਟੈਂਟ। ਜਾਣੀ ਕਿ ਜਦੋਂ ਸ਼ੈਤਾਨ ਆਵੇ ਆ ਕੇ ਤੁਹਾਨੂੰ ਤੁਹਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰੇ, ਉਹਨੂੰ ਰੈਜ਼ਿਸਟ ਕਰਨਾ ਆ, ਉਹਨੂੰ ਸਹਿਣਾ ਆ, ਮਜ਼ਬੂਤੀ ਦੇ ਨਾਲ ਖੜੇ ਰਹਿਣਾ ਆ, ਮਜ਼ਬੂਤ ਬਣੇ ਰਹਿਣਾ ਆ, ਮੂਹਰੇ ਹਾਰ ਨਹੀਂ ਮੰਨਣੀ, ਡਿੱਗਣਾ ਨਹੀਂ ਗਾ, ਢੇਰੀ ਨਹੀਂ ਢਾਣੀ, ਹੱਥ ਤੇ ਹੱਥ ਨਹੀਂ ਰੱਖਣਾ, ਆਮੇਨ। ਮਜ਼ਬੂਤੀ ਦੇ ਨਾਲ, ਵਿਸ਼ਵਾਸ ਦੇ ਨਾਲ ਉਹਨੂੰ ਰੈਜ਼ਿਸਟ ਕਰਨਾ ਆ ਤੇ ਉਹਨੂੰ ਰਿਬਿਊ ਕਰਨਾ ਹੈ ਯਿਸੂ ਮਸੀਹ ਜੀ ਦੇ ਪਵਿੱਤਰ ਨਾਮ ਦੇ ਵਿੱਚ। ਪੜਾਂਗੇ ਜੇਮਸ ਚੈਪਟਰ 4 ਵਰਸ 7। ਜੀ ਹਾਂ, ਇਸ ਲਈ ਪਰਮੇਸ਼ਰ ਦੇ ਅਧੀਨ ਰਹੋ, ਸ਼ੈਤਾਨ ਦਾ ਟਾਕਰਾ ਕਰੋ ਤਾਂ ਉਹ ਤੁਹਾਡੇ ਸਾਹਮਣੇ ਦੌੜ ਜਾਵੇਗਾ। ਹਾਲੇਲੂਇਆ, ਆਮੇਨ। ਪਰਮੇਸ਼ਰ ਦੇ ਅਧੀਨ ਰਹੋ। ਦੁਆਰਾ ਯਾਦ ਹੈ ਕਿ ਪ੍ਰਭੂ ਯਿਸੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲੇ ਬੁਲਾਇਆ ਸੀ, ਮਤਲਬ ਕਿ ਪ੍ਰਭੂ ਦੇ ਅਧੀਨ ਰਹੋ, ਆਮੇਨ। ਜਿਹੜੇ ਚੇਲੇ ਦਾ ਪ੍ਰਭੂ ਦੇ ਕੋਲੇ ਆ ਗਏ ਉਹਨਾਂ ਨੂੰ ਅਥਾਰਟੀ ਮਿਲ ਗਈ, ਜਿਹੜੇ ਚੇਲੇ ਪ੍ਰਭੂ ਦੇ ਅਧੀਨ ਹੋ ਗਏ ਉਹਨਾਂ ਨੂੰ ਤਾਂ ਅਥਾਰਟੀ ਮਿਲ ਗਈ, ਲੇਕਿਨ ਜਿਹੜੇ ਚੇਲੇ ਪ੍ਰਭੂ ਦੇ ਅਧੀਨ ਨਹੀਂ ਹੋਏ, ਪ੍ਰਭੂ ਦੇ ਕੋਲੇ ਨਹੀਂ ਆਏ, ਉਹਨਾਂ ਕੋਲੇ ਹਿੰਮਤ ਨਹੀਂ ਗਈ ਸ਼ੈਤਾਨ ਦਾ ਟਾਕਰਾ ਕਰਨ ਦੇ ਵਾਸਤੇ। resist the devil and he will flee from you। ਲੇਕਿਨ ਉਹ ਤੋਂ ਪਹਿਲਾਂ ਨੇ ਕਿਹਾ submit yourself to God, amen। ਆਪਣੇ ਆਪ ਨੂੰ ਪਰਮੇਸ਼ਰ ਦੇ ਅਧੀਨ ਕਰੋ ਤੇ ਰੈਜ਼ਿਸਟ ਕਰੋ ਸ਼ੈਤਾਨ ਨੂੰ, ਉਹਦਾ ਟਾਕਰਾ ਕਰੋ ਤੇ ਉਹ ਤੋਂ ਦੂਰ ਭੱਜ ਜਾਵੇਗਾ, ਲਿਖਿਆ ਪਰਮੇਸ਼ਰ ਦਾ ਵਚਨ, ਆਮੇਨ। ਸੋ ਪ੍ਰਭੂ ਦੇ ਵੱਲੋਂ ਸ਼ੈਤਾਨ ਅਕਸਰ ਹਾਈਡ ਕਰਨ ਦੀ ਕੋਸ਼ਿਸ਼ ਕਰਦਾ ਆ, ਲੁਕ ਕੇ ਆਉਂਦਾ ਆ, ਕਿਸੇ ਚੀਜ਼ ਦੇ ਵਿੱਚੋਂ ਦੀ ਲੁਕ ਕੇ ਆਉਂਦਾ ਆ, ਕਿਸੇ ਦੋਸਤ ਮਿੱਤਰ ਥਾਈਂ ਦੀ ਆ ਸਕਦਾ ਆ ਤੁਹਾਨੂੰ ਭਰਮਾਉਣ ਦੇ ਵਾਸਤੇ। ਆਦਮ ਤੇ ਹਵਾ ਨੂੰ ਸੱਪ ਵਿੱਚ ਵੜ ਕੇ ਆਇਆ ਸੀਗਾ, ਹਵਾ ਨੇ ਆ ਨਹੀਂ ਦੇਖਿਆ ਵੀ ਸ਼ੈਤਾਨ ਆ, ਉਹਨੇ ਸੋਚਿਆ ਕਿੰਨਾ ਸੋਹਣਾ ਸੱਪ ਆ, ਉਦੋਂ ਸੱਪ ਨਾਈਸ ਹੁੰਦਾ ਸੀਗਾ, ਨਾਈਸ ਬੰਦਾ ਹੁੰਦਾ ਸੀ, ਨਾਈਸ ਜਾਨਵਰ ਹੁੰਦਾ ਸੀਗਾ, ਲੇਕਿਨ ਹਵਾ ਨੇ ਪਹਿਚਾਣਿਆ ਨਹੀਂ ਉਹਨੂੰ ਕਿਉਂਕਿ ਉਹ ਲੁਕਿਆ ਹੋਇਆ ਸੀ, ਛੁਪਿਆ ਹੋਇਆ ਸੀ, ਹੈ ਨਾ। ਲੇਕਿਨ ਪ੍ਰਭੂ ਦੇ ਪੈਰੋਂ ਧੰਨਵਾਦ ਕਰਦੇ ਹਾਂ ਕਿ ਪਵਿੱਤਰ ਆਤਮਾ ਪਰਮੇਸ਼ਰ ਨੇ ਸਾਨੂੰ ਦੇ ਦਿੱਤਾ ਆ ਤੇ ਪਵਿੱਤਰ ਆਤਮਾ ਸਾਨੂੰ ਡਿਸਰਨਮੈਂਟ ਦਿੰਦਾ ਆ, ਸਾਨੂੰ ਸਾਡੀਆਂ ਅੱਖਾਂ ਖੋਲ੍ਹ ਦਿੰਦਾ ਆ ਤਾਂ ਕਿ ਆਪਾਂ ਸ਼ੈਤਾਨ ਦੀਆਂ ਸਾਰੀਆਂ ਚਾਲਾਂ ਨੂੰ ਪਹਿਚਾਨ ਸਕੀਏ ਤੇ ਮੁਸ਼ਕਿਲ ਸਮੇਂ ਦੇ ਵਿੱਚ, ਭੈੜੇ ਦਿਨ ਆਪਾਂ ਮੁਕਾਬਲਾ ਕਰਕੇ ਉਹਨੂੰ ਡਿਸਟਰੋਏ ਕਰ ਸਕੀਏ, ਜੇਤੂ ਠਹਿਰ ਸਕੀਏ, ਖੜੇ ਹੋ ਕੇ ਅੱਗੇ ਵੱਧ ਸਕੀਏ ਤੇ ਜ਼ਿੰਦਗੀ ਦੇ ਉੱਤੇ ਜਿਹੜਾ ਮਕਸਦ ਹੈ ਪਰਮੇਸ਼ਰ ਦਾ ਉਹ ਪੂਰਾ ਕਰ ਸਕੀਏ, ਆਮੇਨ। ਕਿਉਂਕਿ ਪ੍ਰਭੂ ਦੇ ਬਾਰੇ ਸਾਰੀ ਮਿਹਨਤ ਜੇ ਆਪਾਂ ਕਰ ਰਹੇ ਹਾਂ ਨਾ, ਇਹ ਆਪਾਂ ਇਸ ਧਰਤੀ ਵਾਸਤੇ ਨਹੀਂ ਕਰ ਰਹੇ, ਉਹ ਆਪਾਂ ਸਵਰਗ ਵਾਸਤੇ ਕਰ ਰਹੇ ਹਾਂ। ਇੱਕ ਦਿਨ ਆਵੇਗਾ ਜਿੱਦਣ ਪ੍ਰਭੂ ਦੇ ਪੈਣਾ ਨਾ ਤੁਸੀਂ ਰਹੋਗੇ ਨਾ ਮੈਂ ਰਹਾਂਗਾ। ਇੱਕ ਦਿਨ ਆਵੇਗਾ ਜਿੱਦਣ ਆਪਾਂ ਸਾਰੀ ਦੁਨੀਆ ਨੂੰ ਛੱਡ ਕੇ ਚਲੇ ਜਾਵਾਂਗੇ। ਇਹ ਜੋ ਕੁਝ ਵੀ ਆਪਾਂ ਕਰਦੇ ਫਿਰਦੇ ਹਾਂ ਧਰਤੀ ਤੇ ਨਾ, ਇਹ ਜੋ ਖੇਡਾਂ ਖੇਡਦੇ ਫਿਰਦੇ ਹਾਂ ਆਪਾਂ ਧਰਤੀ ਤੇ ਨਾ, ਉਦੋਂ ਹੀ ਪਤਾ ਲੱਗੇਗਾ ਖਿਡੌਣਾ ਤਾਂ ਅਸੀਂ ਖੁਦ ਹਾਂ, ਰੱਬ ਨੇ ਬਣਾਇਆ ਸਾਨੂੰ, ਅਸੀਂ ਖੁਦ ਖੇਡਾਂ ਖੇਡਦੇ ਫਿਰਦੇ ਹਾਂ, ਅਸੀਂ ਆਹ ਵੀ ਕਰਨਾ, ਉਹ ਵੀ ਕਰ ਲਈਏ, ਇਹ ਵੀ ਕਰ ਲਓ, ਉਹ ਵੀ ਕਰ ਲਓ, ਲੇਕਿਨ ਇੱਕ ਦਿਨ ਆ ਗਿਆ ਤੇ ਫਰ ਕਰਕੇ ਉੱਡ ਗਏ। ਉਦੋਂ ਇਹ ਸਾਰੀ ਮਿਹਨਤ ਜਿਹੜੀ ਆਪਾਂ ਰੋਜ਼ ਕਰ ਰਹੇ ਹਾਂ ਇਹ ਆਪਣੇ ਕੰਮ ਆਵੇਗੀ, ਆਮੇਨ। ਉਸ ਦਿਨ ਹੀ ਕੰਮ ਆਵੇਗੀ ਤੇ ਪਰਮੇਸ਼ਰ ਆਖੇਗਾ ਹਾਂ ਮੇਰੇ ਪੁੱਤਰ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋ, ਆਮੇਨ।
ਖੁਸ਼ੀ ਦੇ ਨਾਲ, ਸ਼ਾਂਤੀ ਦੇ ਨਾਲ ਆਪਾਂ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋਵਾਂਗੇ ਤੇ ਆਪਣਾ ਜ਼ਿੰਦਗੀ ਦਾ ਮਕਸਦ ਪੂਰਾ ਕਰ ਚੁੱਕੇ ਹੋਵਾਂਗੇ। ਆਮੇਨ। ਆਪਣਾ ਜਿਹੜਾ ਇਹ ਦੌੜ ਆ ਆਪਣੀ ਇਹ ਦੌੜ ਭੱਜ ਚੁੱਕੇ ਹੋਵਾਂਗੇ ਇਮਾਨ ਦੇ ਨਾਲ, ਪ੍ਰਭੂ ਦਾ ਨਾਮ ਉੱਚਾ ਕਰਦੇ ਹੋਏ। ਆਮੇਨ। ਤਦ ਤੱਕਰ ਲਈ ਪ੍ਰਭੂ ਦੇ ਬਣੋ ਰੈਸਟ ਨਹੀਂ ਕਰਨਾ। ਤਦ ਤੱਕਰ ਲਈ ਆਪਾਂ ਸਿਰਫ ਜੇ ਰੈਸਟ ਕਰਨਾ ਆ, ਪ੍ਰਭੂ ਦੀ ਹਜ਼ੂਰੀ 'ਚ ਰੈਸਟ ਕਰਨਾ ਹੈ। ਆਮੇਨ। ਪਰਮੇਸ਼ਰ ਦੇ ਵਚਨਾਂ 'ਚ ਰੈਸਟ ਕਰਨਾ ਹੈ। ਤਦ ਤੱਕਰ ਪ੍ਰਭੂ ਦੇ ਬਣੋ ਸ਼ੈਤਾਨ ਨੂੰ ਮੌਕਾ ਨਹੀਂ ਦੇਣਾ, ਚਾਹੇ ਕੁਝ ਵੀ ਹੋ ਜਾਵੇ। ਆਮੇਨ। ਕਿਸੇ ਵੀ ਹਾਲਤ ਵਿੱਚ ਸ਼ੈਤਾਨ ਕਿਸੇ ਨੂੰ ਛੂ ਤੱਕ ਨਹੀਂ ਸਕੇਗਾ, ਡਿਸਟਰੋਏ ਤੱਕ ਨਹੀਂ ਕਰ ਸਕੇਗਾ। ਆਮੇਨ। ਆਪਣੀਆਂ ਜ਼ਿੰਦਗੀਆਂ ਬਚਾਈਆਂ ਜਾਣਗੀਆਂ, ਆਪਣੇ ਬੱਚੇ ਬਚਾਏ ਜਾਣਗੇ, ਆਪਣੇ ਮਾਤਾ ਪਿਤਾ ਬਚਾਏ ਜਾਣਗੇ, ਆਪਣੇ ਰਿਸ਼ਤੇਦਾਰ ਬਚਾਏ ਜਾਣਗੇ, ਆਪਣੇ ਨੇੜੇ ਦੇ ਦੂਰ ਦੇ ਰਿਸ਼ਤੇਦਾਰ, ਆਪਣੇ ਦੋਸਤ ਬਚਾਏ ਜਾਣਗੇ, ਆਪਣੇ ਕੌਮ ਬਚਾਈ ਜਾਏਗੀ, ਆਪਣੇ ਲੋਕ ਬਚਾਏ ਜਾਣਗੇ। ਤੇ ਪ੍ਰਭੂ ਤੇ ਭੈਣੋ, ਪਰਮੇਸ਼ਰ ਦੀ ਐਡੀ ਵੱਡੀ ਪਲਾਨ ਦੇ ਵਿੱਚ ਆਪਣਾ ਵੀ ਛੋਟਾ ਜਿਹਾ ਹਿੱਸਾ ਹੋਵੇਗਾ ਤੇ ਆਪਾਂ ਸਾਰੀ ਮਹਿਮਾ, ਸਾਰਾ ਜਲਾਲ, ਸਾਰੀ ਇੱਜ਼ਤ, ਸਾਰਾ ਮਾਣ ਉਸ ਸਰਬ ਸ਼ਕਤੀਮਾਨ ਪਰਮੇਸ਼ਰ ਨੂੰ ਦੇਵਾਂਗੇ। ਆਪਣੇ ਕੋਲੇ ਵੀ ਉਹ ਮੁਕਤ ਹੋਣਗੇ ਜਿਨ੍ਹਾਂ ਮੁਕਤਾਂ ਨੂੰ ਲਾ ਕੇ ਆਪਾਂ ਪ੍ਰਭੂ ਯਿਸੂ ਮਸੀਹ ਜੀ ਦੇ ਚਰਨਾਂ 'ਚ ਰੱਖਾਂਗੇ ਤੇ ਆਖਾਂਗੇ, ਤੂੰ ਹੀ ਲਾਇਕ ਹੈ ਸਾਰੀ ਮਹਿਮਾ ਦੇ, ਸਾਰੇ ਜਲਾਲ ਦੇ, ਸਾਰੀ ਇੱਜ਼ਤ ਦੇ, ਸਾਰੇ ਮਾਣ ਦੇ। ਆਮੇਨ। ਖੜੇ ਰਹੋ, ਤੁਰਦੇ ਰਹੋ, ਚੱਲਦੇ ਰਹੋ, ਅੱਗੇ ਵਧਦੇ ਰਹੋ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ। ਆਮੀਨ, ਆਮੀਨ ਤੇ ਆਮੀਨ।